ਗੁਰਾਂ ਨੂੰ ਆਪਣਾ। ਮਨ ਵੇਚਦੇ ਗੁਰਾਂ ਨੂੰ ਆਪਣਾ ਜੀ, ਮਨ ਵੇਚਦੇ ਗੁਰਾਂ ਨੂੰ ਪਿਆਰੇ ਆਪਣਾ। ਮਨ ਵੇਚਦੇ ਗੁਰਾਂ ਨੂੰ ਆਪਣਾ, ਵੇਚਦੇ ਗੁਰਾਂ ਨੂੰ ਆਪਣਾ। ਕਾਰਜ ਤੇਰੇ ਰਾਸ ਹੋਣਗੇ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚਦੇ ਗੁਰਾਂ ਨੂੰ ਪਿਆਰੇ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤੋ ਹੈਨ ਕਾਮੀ, ਇਸਕੋ ਤ ਪ੍ਰਾਪਤ ਸੁਆਮੀ। ਲੋਕ ਸਾਧ ਕੇ ਬਚਨਾ, ਅਮਲੀਕ ਲਾਲੇ ਰਤਨ। ਸੁਣਤ ਕਮਾਵਤ ਹੋਤ ਉਧਾਰ, ਤਰੇ ਲੋਕੈ ਨਿਸਤਾਰ। ਤਾਰ ਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰ ਦੇ ਨੇ ਬਚਨ ਗੁਰਾਂ ਦੇ। ਤਾਰ ਦੇ ਨੇ ਬਚਨ ਗੁਰਾਂ ਦੇ ਸਾਨੂੰ, ਤਾਰ ਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ। ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ।
उत्तम श्लोक साध के बचन मलिक लाले रतन सुनत गमावत होत दार आपत रह लोक निस्तार। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਉ ਜਾਣੈ ਤਿਉ ਰਾਖ ਹਰ ਪ੍ਰਭ ਤੇਰਿਆ। ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ।
ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਵਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰਹੁ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਜੀ। ਕਰਕੇ ਗੋਲੇ ਜੀ, ਕਰਕੇ ਗੋਲੇ ਜੀ। ਕਰਕੇ ਗੋਲੇ, ਨਾਨਕ ਕਰਕੇ ਗੋਲੇ ਜੀ। ਕਰਕੇ ਗੋਲੇ ਜੀ, ਨਾਨਕ ਕਰਕੇ। ਕਰਕੇ ਗੋਲੇ ਜੀ, ਨਾਨਕ ਕਰਕੇ ਗੋਲੇ ਜੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ ਦੀ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ। ਤੇਰੋ ਅੰਤ ਨ ਕਿਨਹੀ ਲਹੀਐ ਰਹਾਉ, ਕੋਟ ਪਰਾਧ ਹਮਾਰੇ ਖੰਡ ਹੋ। ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ,
ਤੁਮਰੀ ਸਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ ਜੀ, ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ ਜੀ। ਤੁਮਰੀ ਸਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੁਨੀਆ ਦੇ ਧੰਦਿਆਂ ਦੀ ਨਾ ਪਰਵਾਹ ਕਰਦੇ ਹੋਏ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ, ਰੱਬੀ ਬਾਣੀ, ਅਲਾਹੀ ਬਾਣੀ, ਖਸਮ ਕੀ ਬਾਣੀ, ਗੋਬਿੰਦ ਕੀ ਬਾਣੀ, ਸੱਚੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰ ਨਾ ਕੋਇ। ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲੇ ਬਣਾ ਰਹੇ ਹੋ। ਸਮਾਂ ਆਪਣੀ ਰਫ਼ਤਾਰ ਨਾਲ ਚੱਲ ਹੀ ਰਿਹਾ ਹੈ। ਇਹਦਾ ਸੁਭਾਅ ਚੱਲਦੇ ਰਹਿਣਾ ਹੈ। ਇਹਦੇ ਤੋਂ ਲਾਹਾ ਲਿਆ ਜਾ ਸਕਦਾ ਹੈ, ਇਸ ਨੂੰ ਸਫਲਿਆਂ ਕੀਤਾ ਜਾ ਸਕਦਾ ਹੈ, ਜਾਂ ਫਿਰ ਇਸ ਨੂੰ ਅਜਾਈਂ ਗਵਾਇਆ ਜਾ ਸਕਦਾ ਹੈ। ਬਸ ਫਰਕ ਇੰਨਾ ਹੀ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਧਾ, ਮਨਮੁਖ ਗਵਾਇਆ। ਜਿਹੜੇ ਆਸੇ ਪਾਸੇ ਖੜ ਕੇ ਗੱਲਾਂ ਕਰਦੇ ਨੇ, ਸਮਾਂ ਉਹਨਾਂ ਦਾ ਵੀ ਲੰਘ ਜਾਣਾ। ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਦਾ ਵੀ ਲੰਘ ਜਾਣਾ। ਪਰ ਜਿਹੜੇ ਗੁਰੂ ਦੇ ਦਰਬਾਰ 'ਚ ਬੈਠੇ ਨੇ, ਇਹਨਾਂ ਦਾ ਸਮਾਂ ਸਫਲਾ ਹੋ ਜਾਣਾ। ਸਮਾਂ ਆਪਣੀ ਰਫ਼ਤਾਰ ਨਾਲ ਹੀ ਚੱਲਦਾ ਰਹੇਗਾ।
ਉਹਦਾ ਸੁਭਾਅ ਉਹਨੇ ਇੱਕ ਰਫਤਾਰ 'ਚ ਚੱਲੀ ਜਾਣਾ ਹੈ, ਪਰ ਇੱਕ ਗਵਾ ਲੈਣਗੇ, ਇੱਕ ਲਾਹਾ ਲੈ ਲੈਣਗੇ। ਆਪਾਂ ਆਪ ਸਮੇਂ ਤੋਂ ਲਾਹਾ ਲੈਣਾ ਹੈ। ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਸਬਾਏਮਾਨ ਹੈ, ਸਾਰੇ ਹੀ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮੁਨਸ਼ੀਵਾਲ ਨਗਰ ਦੀ ਸੰਗਤ ਨੂੰ ਭਾਵੇਂ 3 ਦੀਵਾਨ ਮਿਲੇ ਸਨ। ਜਿੱਦਣ ਸੰਗਤ ਦੁਆ ਲੈਣ ਗਈ ਹੈ, ਇਹ ਉਦਣ ਹੀ ਕਹਿੰਦੇ ਸੀ ਦੀਵਾਨ ਸਾਡੇ 5 ਕਰੋ ਜਾਂ 4, ਪਰ ਸਮਾਂ ਦੇਖਿਆ ਵੰਡੇ ਹੋਏ ਸੀ। ਫਿਰ ਪ੍ਰੇਮ ਅੱਗੇ ਨੇਮ ਭੰਗ ਹੋ ਜਾਂਦੇ ਆ। ਫਿਰ ਸੰਗਤ ਦੇ 4 ਦੀਵਾਨ ਹਨ। ਅੱਜ ਪਹਿਲਾ ਦੀਵਾਨ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਪ੍ਰਾਰੰਭ ਹੈ। ਇਹ ਦੀਵਾਨ ਨੇ ਜਿਹੜੇ ਜੋ ਅੰਦੋਲਨ ਚੱਲ ਰਿਹਾ ਹੈ, ਮੋਰਚਾ ਚੱਲ ਰਿਹਾ ਹੈ, ਹੱਕ ਤੇ ਸੱਚ ਵਾਸਤੇ, ਕਿਸਾਨ ਮੋਰਚੇ ਤੋਂ ਇਨਸਾਨ ਮੋਰਚਾ ਬਣ ਚੁੱਕਾ ਹੈ। ਸਾਰੇ ਦੇਸ਼ ਦੇ ਜਿਹੜੇ ਇਨਸਾਨ ਨੇ ਉਹਨਾਂ ਦਾ ਮੋਰਚਾ ਬਣ ਗਿਆ। ਉਹਦੇ ਫਤਿਹ ਵਾਸਤੇ, ਉਹਦੀ ਕਾਮਯਾਬੀ ਵਾਸਤੇ, ਉਹਦੀ ਚੜ੍ਹਦੀ ਕਲਾ ਵਾਸਤੇ ਇਹ ਦੀਵਾਨ ਰੱਖੇ ਗਏ ਵੀ ਸੰਗਤ ਅਰਦਾਸ ਕਰੇ, ਹੱਕ ਤੇ ਸੱਚ ਦੀ ਫਤਿਹ ਹੋਵੇ। ਇਹ ਕਿਸਾਨਾਂ ਦਾ ਮੋਰਚਾ ਤਾਂ ਥੋੜ੍ਹਾ ਹੈ, ਮਜ਼ਦੂਰਾਂ ਦਾ ਜ਼ਿਆਦਾ ਹੈ। ਇਸ ਵਾਸਤੇ ਦੀਵਾਨ ਰੱਖੇ ਗਏ ਨੇ। ਜਿੰਨੀ ਸੰਗਤ ਗੁਰ ਚਰਨਾਂ ਵਿੱਚ ਸਜੀ ਬੈਠੀ ਹੈ, ਸਾਰੇ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਕਿਸਾਨ ਦਾ ਮੋਰਚਾ ਨਹੀਂ, ਇਨਸਾਨ ਦਾ ਮੋਰਚਾ ਹੈ। ਕਿਸਾਨਾਂ ਨੇ ਤਾਂ ਮੋਰਚਾ ਲਾਇਆ, ਪਰ ਇਹ ਗਰੀਬਾਂ ਦਾ, ਮਜ਼ਦੂਰਾਂ ਦਾ ਜ਼ਿਆਦਾ ਮੋਰਚਾ ਹੈ। ਤੁਸੀਂ ਪੁੱਛੋਗੇ ਉਹਨਾਂ ਨੇ ਕਿਹੜਾ ਫਸਲ ਵੇਚਣੀ ਹੈ? ਉਹਨਾਂ ਨੇ ਵੇਚਣੀ ਤਾਂ ਨਹੀਂ, ਖਰੀਦਣੀ ਤਾਂ ਹੈ। ਅਸੀਂ ਪਰਸੋਂ ਚੌਥੇ ਇੱਧਰ ਦੀਵਾਨ ਸੀ ਨੌਰਾ ਪਿੰਡ, ਉੱਥੇ ਇੱਕ ਟਰੱਕ ਕਣਕ ਦਾ ਆਇਆ ਹੋਇਆ ਸੀ ਤੇ ਉਹ ਕਣਕ ਵੰਡ ਰਹੇ ਸੀ। ਇਹ ਤਾਂ ਵੰਡ ਰਹੇ ਸੀ ਜੇ ਸਰਕਾਰੀ ਹੈ। ਜਦੋਂ ਸਾਰਾ ਪ੍ਰਾਈਵੇਟ ਕੋਲ ਚਲਾ ਗਿਆ, ਕੌਣ ਫ੍ਰੀ ਦੇਗਾ ਕਿਸੇ ਨੂੰ? ਕਿਸੇ ਨੇ ਫ੍ਰੀ ਨਹੀਂ ਦੇਣੀ ਹੈ। ਫ੍ਰੀ ਤਾਂ ਕੀ ਦੇਣੀ ਹੈ, ਉਹ ਆਪਣੀ ਮਰਜ਼ੀ ਦੇ ਰੇਟ ਲਾ ਕੇ ਸਾਨੂੰ ਦੇਣਗੇ। ਸਾਡੇ ਤੋਂ 8 ਰੁਪਏ ਗੰਢੇ ਖਰੀਦ ਕੇ 80 ਰੁਪਏ ਸਾਨੂੰ ਵੇਚੇ ਜਾਂਦੇ ਹੈ। ਉਹੀ 8 ਰੁਪਏ ਸਾਡੇ ਤੋਂ ਖਰੀਦਦੇ ਨੇ ਤੇ ਸਾਨੂੰ ਫਿਰ 80 ਰੁਪਏ ਵੇਚਦੇ। ਤੁਸੀਂ ਖਰੀਦਦੇ ਰਹਿੰਦੇ ਹੋ, ਅਸੀਂ ਕੋਈ ਬਾਹਰਲੇ ਦੇਸ਼ ਦੀ ਗੱਲ ਨਹੀਂ ਕਰ ਰਹੇ। ਆ ਜਿਹੜੀ ਕਣਕ ਹੁਣ ਆਪਾਂ ਨੂੰ 20 ਰੁਪਏ ਮਿਲਦੀ ਹੈ, ਇਹ 200 ਰੁਪਏ ਵੀ ਨਹੀਂ ਮਿਲਿਆ ਕਰੇਗੀ।
ਹੁਣ ਦਿਹਾੜੀ ਕਰਨ ਵਾਲਾ 200 ਰੁਪਏ ਆਟਾ ਖਰੀਦ ਕੇ ਕਿਵੇਂ ਬੱਚਿਆਂ ਨੂੰ ਖਵਾਇਆ ਕਰੇਗਾ? ਕਿਉਂਕਿ ਪ੍ਰਾਈਵੇਟ ਨੇ, ਕੋਈ ਪ੍ਰਾਈਵੇਟ ਚੀਜ਼ ਹੈ ਤੁਹਾਨੂੰ ਫ੍ਰੀ ਨਹੀਂ ਦੇਗਾ ਕਦੇ ਕੋਈ। ਤੁਸੀਂ ਸਰਕਾਰੀ ਬੱਸ ਤੇ ਆਪਣਾ ਕਾਰਡ ਦਵਾ ਖਾ ਕੇ ਚੜ੍ਹ ਸਕਦੇ ਹੋ, ਪ੍ਰਾਈਵੇਟ ਤੇ ਨਹੀਂ ਚੜ੍ਹ ਸਕਦੇ। ਉੱਥੇ ਤੁਹਾਨੂੰ ਟਿਕਟ ਲੈਣੀ ਪਏਗੀ, ਕਿਉਂਕਿ ਉਹਦੀ ਆਪਣੀ ਨਿੱਜੀ ਹੈ। ਇਹ ਸਾਰਾ ਕੁਝ ਕਰਨਾ ਚਾਹੁੰਦੀ ਹੈ, ਜਿਹੜੀ 8 ਘੰਟੇ ਡਿਊਟੀ ਉਹਨੂੰ 12 ਘੰਟੇ ਕਰ ਰਹੇ ਨੇ। ਪੈਸੇ ਉਨੇ ਮਿਲਣਗੇ ਤੇ ਮਜ਼ਦੂਰੀ 12 ਘੰਟੇ ਕਰਨੀ ਪਏਗੀ। ਕਿਸੇ ਨੂੰ ਕੋਈ ਫ੍ਰੀ ਬਿਜਲੀ ਨਹੀਂ ਹੋਏਗੀ, ਕਿਸੇ ਨੂੰ ਫ੍ਰੀ ਕੋਈ ਰਾਸ਼ਨ ਨਹੀਂ ਹੋਏਗਾ, ਕਿਸੇ ਵਾਸਤੇ ਕੋਈ ਸਹੂਲਤ ਨਹੀਂ ਹੋਏਗੀ। ਆਪਣੇ ਪੈਸੇ ਦਿਓ ਤੇ ਸਮਾਨ ਲਓ। ਪ੍ਰਾਈਵੇਟ ਲੋਕ ਸਾਰਾ ਕੁਝ, ਇਸ ਵਾਸਤੇ ਇਹ ਅੰਦੋਲਨ ਲੱਗਿਆ ਹੋਇਆ ਹੈ। ਹਰ ਜਿਹਦੀ ਮਰ ਗਈ ਉਹਨੂੰ ਇਨਸਾਨ ਨਹੀਂ ਕਹਿੰਦੇ। ਸਾਧ ਸੰਗਤ, ਇਨਸਾਨ ਉਹ ਹੁੰਦਾ ਜਿਹੜਾ ਹੱਕ ਤੇ ਸੱਚ ਵਾਸਤੇ ਬੋਲਦਾ, ਡਟਦਾ। ਇਹ ਮੋਰਚਾ ਕਿਸੇ ਦੇ ਵਿਰੁੱਧ ਨਹੀਂ ਹੈ, ਇਹ ਆਪਣੇ ਹੱਕ ਤੇ ਹੱਕ ਲੈਣ ਵਾਸਤੇ, ਸੱਚ ਵਾਸਤੇ ਮੋਰਚਾ ਲੱਗਿਆ ਹੋਇਆ। ਇੱਕੋ ਹੀ ਦੁਨੀਆਂ 'ਚ ਮੋਰਚਾ ਹੈ, ਜਿਹਦੇ ਨਾਲ ਸਾਰਾ ਵਰਲਡ ਜੁੜਿਆ ਹੋਇਆ, ਸਾਰੀ ਦੁਨੀਆ, ਜਿਹਨੂੰ ਸਾਰੇ ਦੇਸ਼ਾਂ ਦਾ ਸਮਰਥਨ ਹੈ, ਜਿਹਦੇ ਨਾਲ ਹਰ ਇੱਕ ਵਰਗ ਜੁੜਿਆ ਹੋਇਆ ਹੈ। ਵਕੀਲ ਜੁੜੇ ਨੇ, ਜੱਜ ਜੁੜੇ ਨੇ, ਵਪਾਰੀ ਜੁੜੇ ਨੇ, ਆੜ੍ਹਤੀ ਜੁੜੇ ਨੇ। ਤੇ ਨਾਂ ਰੱਖਿਆ ਹੈ ਕਿਸਾਨ ਮਜ਼ਦੂਰ ਏਕਤਾ। ਇਸ ਮੋਰਚੇ ਦਾ ਨਾਮ ਹੈ ਕਿਸਾਨ ਮਜ਼ਦੂਰ ਏਕਤਾ। ਸੋ ਇਸ ਮੋਰਚੇ ਦੀ ਫਤਿਹ ਵਾਸਤੇ ਇਹ ਵੀ ਇੱਕ ਬਹੁਤ ਵੱਡਾ ਸਾਧਨ ਹੈ ਕਿ ਅਰਦਾਸ ਕਰਨੀ। ਜਦੋਂ ਸਿੱਖ ਦਾ ਜਹਾਜ਼ ਗੜ ਜਾਏ ਸਮੁੰਦਰ ਵਿੱਚ, ਕੋਈ ਯਤਨ ਨਾ ਚੱਲੇ, ਫਿਰ ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ। ਫਿਰ ਗੜੇ ਹੋਏ ਜਹਾਜ਼ ਚੱਲ ਪੈਂਦੇ ਨੇ। ਸਾਧ ਸੰਗਤ, ਸੋ ਆਪਾਂ ਜਿਹੜੇ 4 ਦੀਵਾਨ ਨੇ, ਇਹਨਾਂ ਵਿੱਚ ਅਰਦਾਸ ਤੇ ਵਿਚਾਰ ਰੱਖਣੀ ਹੈ। मंजूर करता है दुआ जो दिल से होती है। मुश्किल तो ये है कि मुश्किल से होती है। परमात्मा सब दी सुनदा अरदास तां, पर अरदास मुश्किल नाल ही हुंदी है। हर एक अरदास तां आपां सारी करदे हां, पर जिस तरह करनी चाहिए है, जे उस तरह की जाए। आ स्पीकर चल रहा है, ਇਹਦੇ ਵਿੱਚ 2 ਤਾਰਾਂ ਨੇ, ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ। ਇੱਕ ਅਰਥ ਦੀ ਤਾਰ ਹੈ, ਇੱਕ ਕਰੰਟ ਦੀ ਤਾਰ ਹੈ। ਇਹ ਦੋਵੇਂ ਤਾਰਾਂ ਆਪਸ ਵਿੱਚ ਮਿਲਣ 'ਚ ਇੰਨਾ ਫਰਕ ਰਹਿ ਜਾਏ ਕਿ ਵਾਲ ਦਾ 100ਵਾਂ ਹਿੱਸਾ ਕਦੇ ਕਰੰਟ ਨਹੀਂ ਆਏਗਾ। ਵਾਲ ਦੇ 100ਵੇਂ ਹਿੱਸੇ ਜਿੰਨਾ ਵੀ ਫਰਕ ਰਹਿ ਜਾ ਆਪਸ ਵਿੱਚ, ਜਦੋਂ ਦੋਵੇਂ ਮਿਲਣਗੀਆਂ ਫਿਰ ਲਾਈਟ ਜਗੇਗੀ, ਫਿਰ ਪੱਖਾ ਚੱਲੇਗਾ। ਇਸੇ ਤਰ੍ਹਾਂ ਅਰਦਾਸ ਤਾਂ ਸੁਣਦਾ ਹੈ ਸਭ ਦੀ, ਪਰ ਹਰ ਕੰਮ ਦੇ ਵਿੱਚ ਕੋਈ ਜੁਗਤ ਹੈ, ਕੋਈ ਤਰੀਕਾ ਹੈ, ਕੋਈ ਢੰਗ ਹੈ, ਕੋਈ ਸੂਲ ਹੈ, ਕੋਈ ਮੈਥਡ ਹੈ। ਹਰ ਕੰਮ ਦਾ ਕੋਈ ਫਾਰਮੂਲਾ ਹੈ।
ਉਹ ਕੰਮ ਜੁਗਤ ਨਾਲ ਕਰੀਏ ਤਾਂ ਲਾਹੇਵੰਦ ਹੁੰਦਾ ਹੈ, ਫਾਇਦੇਮੰਦ ਹੁੰਦਾ ਹੈ। ਉਹੀ ਕੰਮ ਬੇਹੁਲਾ ਕਰੀਏ, ਘਾਟੇ ਦਾ ਕਾਰਨ ਬਣਦਾ ਹੈ ਤੇ ਦੁੱਖ ਦਾ ਕਾਰਨ। ਇਸ ਤਰ੍ਹਾਂ ਅਰਦਾਸ ਕਰਨ ਦੇ ਵੀ ਕੁਝ ਅਸੂਲ ਨੇ। ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨ ਵਾਲੇ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਮੇਰੀ ਅਰਦਾਸ ਸੁਣ ਰਿਹਾ ਹੈ, ਜ਼ਰੂਰ ਪੂਰੀ ਕਰੇਗਾ। ਜਿਵੇਂ ਬੱਚੇ ਨੂੰ ਆਪਣੀ ਮਾਂ ਤੇ ਭਰੋਸਾ ਹੁੰਦਾ ਹੈ, ਗਲੀਆਂ 'ਚ ਖਾਣ ਪੀਣ ਵਾਲੀਆਂ ਵਸਤੂਆਂ ਵੇਚਣ ਵਾਲੇ ਆਉਂਦੇ ਨੇ, ਬੱਚੇ ਗਲੀਆਂ 'ਚ ਖੇਡਦੇ ਹੁੰਦੇ ਨੇ, ਉਹ ਵੇਚਣ ਵਾਲੇ ਤੋਂ ਵਸਤੂ ਲੈ ਕੇ ਖਾ ਲੈਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਅਸੀਂ ਮਾਂ ਤੋਂ ਪੈਸੇ ਮੰਗਾਂਗੇ, ਮਾਂ ਨੇ ਜਵਾਬ ਨਹੀਂ ਕਦੇ ਵੀ ਦੇਣਾ। ਭਰੋਸਾ ਹੁੰਦਾ ਬੱਚੇ ਨੂੰ ਆਪਣੀ ਮਾਂ ਤੇ। ਇਸ ਤਰ੍ਹਾਂ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਕਿ ਜਿਹੜੀ ਮੈਂ ਅਰਦਾਸ ਕਰ ਰਿਹਾ, ਮੇਰਾ ਸਤਿਗੁਰੂ ਮੇਰੀ ਅਰਦਾਸ ਸੁਣ ਰਿਹਾ ਹੈ, ਜ਼ਰੂਰ ਪੂਰੀ ਕਰੇਗਾ। ਇਹ ਨਾ ਮਨ 'ਚ ਹੋਵੇ ਕਰੇਗਾ ਜਾਂ ਨਹੀਂ, ਹੋਣੀ ਹੈ ਜਾਂ ਨਹੀਂ। ਜੇ ਨਹੀਂ ਮਨ 'ਚ ਪਹਿਲਾਂ ਹੀ ਆ ਗਿਆ, ਫਿਰ ਅਧੂਰਾਪਣ ਹੈ ਇਹਦੇ ਵਿੱਚ, ਫਿਰ ਪੂਰੀ ਸ਼ਰਧਾ ਪੂਰਾ ਵਿਸ਼ਵਾਸ ਨਹੀਂ ਹੈ, ਅੰਧ ਵਿਸ਼ਵਾਸ ਹੋ ਗਿਆ। ਫਿਰ ਜਿਵੇਂ ਕਿਸੇ ਇਲਾਕੇ ਚੌੜ ਲੱਗੀ ਹੈ, ਬਾਰਿਸ਼ ਨਹੀਂ ਪੈਂਦੀ, ਬਰਾਨੀ ਫਸਲਾਂ ਹੁੰਦੀਆਂ ਸੀ। ਜਦੋਂ ਇੱਥੇ ਮੁਨਸ਼ੀਵਾਲ ਅਖੰਡ ਪਾਠ ਅਸੀਂ ਕਰਨ ਆਉਂਦੇ ਹੁੰਦੇ ਆ, ਟਿੱਬੇ ਹੁੰਦੇ ਸਾਰੇ, ਅਕਲਬੁਰਸ਼ਾਂ ਪਿੰਡ ਪਰਾਂ ਦਿਸਦਾ ਨਹੀਂ ਸੀ, ਏਡੇ ਏਡੇ ਟਿੱਬੇ ਸੀ। ਥੋੜਾ ਜਿਹਾ ਤਾਂ ਹੁਣ ਵੀ ਹੈਗਾ, ਪਰਲੇ ਪਿੰਡ ਨਹੀਂ ਸੀ ਦਿਸਦੇ। ਇੱਧਰ ਚੰਨੋਂ ਵੱਲ ਤੁਰ ਕੇ ਜਾਓ, ਪੈਰ ਅਗਾਂਹ ਨੂੰ ਤੁਰੋ, ਥੱਲਿਓਂ ਨਿਕਲੀ ਜਾਂਦਾ ਸੀ ਰੇਤਾ, ਕੱਕਾ ਰੇਤਾ ਹੁੰਦਾ ਸੀ। ਫਸਲਾਂ ਹੁੰਦੀਆਂ ਸੀ ਬਾਜਰਾ, ਗਵਾਰਾ, ਜਾਂ ਫਿਰ ਸਾਡੇ ਬਜ਼ੁਰਗ ਬੇਰੜ ਬੀਜਦੇ, ਬੇਰੜ ਆ ਜਿਹੜੇ ਉਂਗਲਾਂ ਜਿਹੀਆਂ ਮਾਰਦੇ ਨਾ, ਤੁਸੀਂ ਫਿਰਦੇ ਰਹਿੰਦੇ ਮੋਬਾਈਲ ਤੇ, ਇਹ ਬੇਰੜ ਤੁਹਾਨੂੰ ਬਜ਼ੁਰਗਾਂ ਕੋਲ ਬਹਿ ਕੇ ਪਤਾ ਲੱਗਣਾ ਕਿਹਨੂੰ ਕਹਿੰਦੇ ਨੇ ਬੇਰੜ। ਇਹਨਾਂ ਨੂੰ ਪੁੱਛਿਓ ਸ਼ਾਮ ਨੂੰ ਕਿ ਬੇਰੜ ਕੀ ਹੁੰਦੀ ਹੈ। ਕਣਕ ਤੇ ਛੋਲੇ ਇਕੱਠੀ ਬੀਜ ਦਿੰਦੇ ਸੀ, ਤਾਂ ਹੋ ਹੀ ਜਾਣਗੇ। ਉਹਨੂੰ ਪਾਣੀ ਘੱਟ ਚਾਹੀਦਾ ਹੁੰਦਾ ਨਾ ਛੋਲਿਆਂ ਨੂੰ। ਫਿਰ ਦੋਵੇਂ ਇਕੱਠੇ ਵੱਢ ਕੇ ਗਾਹ ਕੇ ਗਾਉਂਦੇ ਸੀ ਕਣਕ ਛੋਲੇ, ਫਿਰ ਇਕੱਠੀ ਪਿਆ ਲੈਂਦੇ ਸੀ। ਥੋੜ੍ਹਾ ਹੀ ਅਨਾਜ ਹੁੰਦਾ ਸੀ, ਮੀਂਹ ਪੈ ਜਾਣਾ ਫਸਲ ਹੋ ਜਾਣੀ, ਨਾ ਪੈਣੀ ਬੀਜੀ ਨਹੀਂ ਜਾਣੀ, ਜੇ ਬੀਜੀ ਗਈ ਸੁੱਕ ਜਾਣੀ, ਔੜ ਲੱਗ ਜਾਣੀ। ਜੇ ਕਿਤੇ ਔੜ ਲੰਮੀ ਚਲੀ ਜਾਂਦੀ, ਫਿਰ ਕਾਲ ਵੀ ਪੈ ਜਾਂਦਾ ਸੀ ਸਾਡੇ ਦੇਸ਼ 'ਚ। ਸਾਲ 2 ਸਾਲ 4 ਸਾਲ ਮੀਂਹ ਪੈਣਾ ਨਾ, 12 ਸਾਲ ਵੀ ਨਹੀਂ ਸੀ ਮੀਂਹ ਪੈਂਦਾ ਹੁੰਦਾ, ਔੜ ਲੱਗ ਜਾਂਦੀ ਸੀ, ਭੁੱਖਮਰੀ ਪੈ ਜਾਂਦੀ ਹੁੰਦੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਔੜ ਲੱਗੀ ਸੀ। ਫਸਲਾਂ ਬੀਜੀਆਂ ਨਹੀਂ ਗਈਆਂ, ਜਿਹੜੀਆਂ ਬੀਜੀਆਂ ਸੁੱਕ ਗਈਆਂ। ਬੀਜਣ ਦਾ ਸਾਧਨ ਵੀ ਕੋਈ ਨਹੀਂ, ਔੜ ਲੰਮੀ ਚਲੀ ਗਈ, ਲੋਕਾਂ ਦੇ ਘਰੋਂ ਅਨਾਜ ਮੁੱਕ ਗਿਆ। ਆ ਜਿਹੜਾ ਮਹੀਨਾ ਹੁਣ ਚੱਲਦਾ ਨਾ ਫੱਗਣ ਦਾ, ਇਹਨੂੰ ਸਾਡੇ ਬਜ਼ੁਰਗ 13ਵਾਂ ਮਹੀਨਾ ਕਹਿੰਦੇ ਹੁੰਦੇ ਸੀ। ਜਦੋਂ ਪੁੱਛਣਾ ਵੀ ਫਲਾਣਾ ਸਾਹਿਬ ਕਿਵੇਂ ਹਾਲ ਚਾਲ, ਬਸ 13ਵਾਂ ਹੀ ਚੱਲਦਾ ਹਾਲ ਚਾਲ, ਕੀ ਮਤਲਬ ਹੱਥ ਤੰਗ ਹੀ ਹੈ।
ਅਨਾਜ ਮੁੱਕ ਜਾਂਦਾ ਸੀ ਅੱਜ ਕੱਲ੍ਹ ਆ ਕੇ, ਪੀਲੀ ਜਾਂਦੀ ਲੋਕ ਉਦੋਂ ਵੱਢ ਕੇ, ਸਿੱਟੇ ਪਹਿਲਾਂ ਹੀ ਵੱਢ ਕੇ, ਕਿਉਂਕਿ ਅਨਾਜ ਤਾਂ ਹੈ ਨਹੀਂ ਸੀ ਘਰੇ। ਇਹ ਗੱਲਾਂ ਅਸੀਂ ਆਪਣੇ ਜੀਵਨ 'ਚ ਵੇਖੀਆਂ ਕਰ ਰਹੇ ਹਾਂ ਸਾਧ ਸੰਗਤ ਜੀ, ਸੁਣੀਆਂ ਜਾਂ ਪੜ੍ਹੀਆਂ ਨਹੀਂ ਕਰ ਰਹੇ। ਉੱਤੋਂ ਪਹਿਲੇ ਕਣਕ ਮਰੁੰਡ ਕੇ ਲਿਆ ਕੇ ਦੋ ਲੋਕ ਦਾਣੇ, ਫਿਰ ਪ੍ਰਸ਼ਾਦੇ ਪਕਾ ਲੈਂਦੇ ਹੁੰਦੇ ਸੀ, ਭਾਵੇਂ ਬਿਮਾਰ ਹੋ ਜਾਂਦੇ ਸੀ ਨਵੀਂ ਕਣਕ ਖਾ ਕੇ। ਅਨਾਜ ਲੋਕਾਂ ਦੇ ਘਰੋਂ ਮੁੱਕ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਰਿਹਾ। ਸ਼ੇਰੇ ਪੰਜਾਬ ਨੇ ਸਰਕਾਰੀ ਗੋਦਾਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ, ਪਿੰਡਾਂ 'ਚ ਡੌਂਡੀ ਪਟਵਾ ਦਿੱਤੀ, ਜਿੰਨਾ ਮਰਜ਼ੀ ਕੋਈ ਰਾਸ਼ਨ ਲਿਜਾ ਸਕਦਾ ਚੁੱਕ ਕੇ, ਕੋਈ ਕਿਸੇ ਤੋਂ ਕੁਛ ਨਹੀਂ ਲਿਆ ਜਾਏਗਾ। ਲੋਕ ਪੰਡਾਂ ਬੰਨ੍ਹ ਕੇ ਦਾਣਿਆਂ ਦੀਆਂ ਲਈ ਜਾਂਦੇ। ਇੱਕ ਮੋਚੀ, ਉਹਦੇ ਕੁੱਬ ਪਿਆ ਹੋਇਆ, ਸੋਟੀ ਨਾਲ ਤੁਰਦਾ, ਛੋਟਾ ਜਿਹਾ ਉਹਦਾ ਪੁੱਤ ਹੈ, ਆਪਣੇ ਪੋਤੇ ਦੇ ਮੋਢੇ ਤੇ ਹੱਥ ਧਰ ਕੇ ਆ ਕੇ ਇਹਨੇ ਵੀ ਇੱਕ ਦਾਣਿਆਂ ਦੀ ਪੰਡ ਬੰਨ੍ਹ ਲਈ। ਪੋਤਾ ਨਿਆਣਾ ਹੈ, ਬਜ਼ੁਰਗ ਸਿਆਣਾ ਸਰੀਰ ਹੈ, ਕੁੱਬ ਪਿਆ, ਪੋਤਾ ਵੀ ਨਹੀਂ ਚੱਕ ਸਕਦਾ, ਦਾਦਾ ਵੀ ਨਹੀਂ ਚੁੱਕ ਸਕਦਾ। ਲੋਕ ਆਪਣੀਆਂ ਭਾਰੀਆਂ ਪੰਡਾਂ ਚੱਕ ਕੇ ਲੈ ਕੇ ਜਾ ਰਹੇ ਨੇ। ਕਿਸੇ ਦੀ ਪੰਡ ਕੌਣ ਚੁੱਕਦਾ ਸਾਧ ਸੰਗਤ? ਆਪਣੀਆਂ ਪੰਡਾਂ ਤਾਂ ਲੋਕ ਭਾਰੀਆਂ ਵੀ ਚੁੱਕਦੇ ਹੁੰਦੇ ਨੇ, ਕਿਸੇ ਦੀ ਕੌਣ ਚੱਕਦਾ ਹੁੰਦਾ? ਇਹ ਦੋਵੇਂ ਪੰਡ ਦੇ ਕੋਲ ਬੈਠੇ ਨੇ, ਪੋਤਾ ਵੀ ਨਹੀਂ ਚੱਕ ਸਕਦਾ, ਦਾਦਾ ਵੀ ਨਹੀਂ ਚੱਕ ਸਕਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੀਰ ਯਾਤਰਾ ਕਰਦੇ ਆ ਗਏ। ਰਾਜੇ ਭੇਸ ਬਦਲ ਕੇ ਰਾਜ ਵਿੱਚ ਫਿਰਦੇ ਸੀ, ਉਹਨੂੰ ਵੀਰ ਯਾਤਰਾ ਕਹਿੰਦੇ ਹੁੰਦੇ। ਮੇਰੀ ਪਰਜਾ ਵਿੱਚ ਕੋਈ ਤੰਗਤਾ ਨਹੀਂ ਹੈ। ਹੁਣ ਵੀ ਰਾਜੇ ਨੇ, ਪਰਜਾ ਠੰਡ 'ਚ ਬੈਠੀ ਹੈ, ਸੜਕਾਂ ਤੇ ਬੈਠੀ ਹੈ। 300 ਕਿਸਾਨ ਸਰੀਰ ਛੱਡ ਗਿਆ, ਸ਼ਹੀਦ ਹੋ ਗਿਆ। ਰਾਜੇ ਦੇ ਮੂੰਹ 'ਚੋਂ ਇੱਕ ਗੱਲ ਨਹੀਂ ਨਿਕਲੀ ਵੀ ਮੈਨੂੰ ਦੁੱਖ ਹੈ, ਵੀ ਮੇਰੀ ਪਰਜਾ ਹੈ। ਫਿਰ ਇਹਦੇ ਬਾਪ ਦਾ ਰਾਜ ਨਹੀਂ, ਰਾਜ ਵੀ ਪਰਜਾ ਦਾ ਦਿੱਤਾ ਹੋਇਆ, ਪਰਚੀਆਂ ਪਾ ਕੇ ਉਹਨੂੰ ਰਾਜ ਦਿੱਤਾ। ਇਹ ਥੋੜ੍ਹਾ ਕਿ ਉਹਦੇ ਦਾਦੇ ਦਾ ਰਾਜ ਸੀ, ਫਿਰ ਉਹਦੇ ਪਿਓ ਦਾ ਸੀ, ਹੁਣ ਉਹਦੇ ਅੱਗੇ ਉਹਦੇ ਪੋਤੇ ਦਾ। ਪੋਤੇ ਵਾਲਾ ਤਾਂ ਕੰਮ ਵੈਸੇ ਹੈ ਹੀ ਨਹੀਂ, ਮਾਰ ਦੀ ਕਿਰਪਾ ਹੀ ਹੈ। ਇਹ ਤਾਂ ਪਰਜਾ ਨੇ ਰਾਜ ਦੇ ਕੇ ਉਹਨੂੰ ਬਿਠਾਇਆ, ਪਰਜਾ ਤੇ ਜ਼ੁਲਮ ਹੋ ਰਿਹਾ। ਇੱਕ ਲਫ਼ਜ਼ ਵੀ ਮੂੰਹ ਚੋਂ ਨਹੀਂ ਨਿਕਲਿਆ ਹੈ ਬਈ ਮੈਨੂੰ ਦੁੱਖ ਹੈ। ਜਿਨ੍ਹਾਂ ਨੇ ਰਾਜ ਦਿੱਤਾ ਸੀ, ਕਿਉਂ ਦੁਖੀ ਹੋ ਤੁਸੀਂ? ਆ ਕੇ ਬੈਠੋ। ਕਹਿੰਦੇ ਇਹ ਤਾਂ ਅੰਤਕਵਾਦੀ ਲੋਕ ਨੇ, ਜਿਹੜੇ ਰੋਜ਼ ਅੱਜ ਵੀ ਟਰਾਲੀਆਂ ਦੇ ਵਿੱਚ ਬਹਿ ਕੇ ਅਰਦਾਸ ਕਰ ਰਹੇ ਨੇ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਅੰਤਕਵਾਦੀ ਹੁੰਦੇ ਨੇ ਜਿਹੜੇ ਸਾਰਿਆਂ ਦਾ ਭਲਾ ਮੰਗਦੇ ਹੁੰਦੇ ਨੇ, ਆਪਣਾ ਭਲਾ ਨਹੀਂ ਸਾਰਿਆਂ ਦਾ ਭਲਾ ਮੰਗਦੇ ਆ। ਜਿਹੜੇ ਉਹਨਾਂ ਨੂੰ ਗੋਲੀਆਂ ਮਾਰਦੇ ਨੇ, ਡਾਂਗਾਂ ਮਾਰਦੇ ਨੇ, ਕਹਿੰਦੇ ਨੇ ਲੰਗਰ ਛਕ ਲਓ, ਪਹਿਲਾਂ ਲੰਗਰ ਛਕ ਲਓ, ਫਿਰ ਸਾਨੂੰ ਡਾਂਗਾਂ ਮਾਰ ਲਿਓ, ਗੋਲੀਆਂ ਮਾਰਨੀਆਂ ਜੀ ਸਦਕੇ ਮਾਰ ਲਿਓ, ਪਹਿਲਾਂ ਲੰਗਰ ਤਾਂ ਛਕੋ। ਜੇ ਇਹਦਾ ਨਾਂ ਅੰਤਕਵਾਦੀ ਹੈ, ਫਿਰ ਸੱਤਿਆਵਾਦੀ ਕੌਣ ਹੋਏਗਾ ਸਾਧ ਸੰਗਤ ਜੀ? ਫਿਰ ਸੱਤਿਆਵਾਦੀ ਕਿਹਨੂੰ ਕਹੋਗੇ? ਇੰਨਾ ਹੰਕਾਰ ਵੀ ਨਹੀਂ ਚਾਹੀਦਾ। ਇਹ ਹੰਕਾਰ ਵੀ ਨਹੀਂ ਰੱਬ ਨੂੰ ਭਾਉਂਦਾ ਸਾਧ ਸੰਗਤ। ਉਹਦਾ ਹੰਕਾਰ ਹੀ ਉਹਨੂੰ ਖਾ ਜਾਂਦਾ ਹੁੰਦਾ, ਹੰਕਾਰੀ ਬੰਦੇ ਦਾ ਹੰਕਾਰ ਉਹਨੂੰ ਖਾ ਜਾਂਦਾ ਹੁੰਦਾ। ਰਾਜੇ ਲੋਕ ਪਰਜਾ ਵਿੱਚ ਫਿਰਦੇ ਸੀ, ਵੀਰ ਯਾਤਰਾ ਕਰਦੇ ਸੀ, ਭੇਸ ਬਦਲ ਕੇ। ਮੇਰੀ ਪਰਜਾ ਵਿੱਚ ਕੋਈ ਦੁਖੀ ਤਾਂ ਨਹੀਂ ਹੈ। ਅੱਜ ਕੱਲ੍ਹ ਆਪਾਂ ਖਿਤਾਬ ਦੇ ਦਿੰਦੇ ਹਾਂ ਜੀ, ਸ਼ੇਰੇ ਪੰਜਾਬ ਨੇ। ਖਿਤਾਬ ਵੀ ਦੇ ਕੇ ਦਿਆ ਕਰੋ, ਐਵੇਂ ਅਪਮਾਨ ਹੁੰਦਾ ਹੈ ਖਿਤਾਬ ਦਾ ਵੀ।
ਜਿਹਨੂੰ ਸ਼ੇਰੇ ਪੰਜਾਬ ਦਾ ਖਿਤਾਬ ਦੇਣਾ ਨਾ, ਉਹਨੂੰ ਵੱਟਾ ਮਾਰ ਕੇ ਵੇਖ ਲਿਆ ਕਰੋ ਪਹਿਲਾਂ। ਜੇ ਤੇ ਉਹਨੇ ਵੱਟਾ ਖਾ ਕੇ ਤੁਹਾਨੂੰ ਕੁਛ ਨਾ ਆਖਿਆ ਤੇ ਉਲਟਾ ਸਗੋਂ ਇੱਕ ਬੁੱਕ ਭਰ ਕੇ ਮੋਹਰਾਂ ਦਾ ਦਿੱਤਾ, ਫਿਰ ਤਾਂ ਹੱਥ ਜੋੜ ਕੇ ਆਖਿਆ ਜੇ ਸ਼ੇਰੇ ਪੰਜਾਬ ਹੀ ਹੈ, ਬਿਲਕੁਲ ਉਹੀ ਹੈ। ਤੇ ਜੇ ਤੁਹਾਡਾ ਪਰਿਵਾਰ ਹੀ ਲਾਪਤਾ ਹੋ ਗਿਆ ਤੇ ਫਿਰ ਕੀ ਆਖੋਗੇ? ਫਿਰ ਤਾਂ ਹਿਟਲਰ ਕਹਿ ਰਿਹਾ ਜੇ, ਭਾਵੇਂ ਔਰੰਗਜ਼ੇਬ ਕਹਿ ਲਿਓ। ਐਵੇਂ ਅੱਜ ਖਿਤਾਬ ਵੀ ਵਿਕ ਰਹੇ ਨੇ ਸਾਧ ਸੰਗਤ, ਐਵੇਂ ਮੂੰਹ ਦੇਖਦੇ ਕਿ ਲੋਕੀ ਟਿੱਕੇ ਲਾਉਣ ਲੱਗ ਪਏ। ਕਿਸੇ ਨੂੰ ਮਾਤਾ ਖੀਵੀ ਦਾ ਖਿਤਾਬ ਦੇ ਦੇਣਗੇ, ਪਰ ਵੱਟੇ ਮੁੰਨੇ ਨੇ ਤੇ ਨਾਮ ਮਾਤਾ ਖੀਵੀ ਦਾ ਖਿਤਾਬ ਦੇ ਰਹੇ ਨੇ। ਦੇਖ ਤਾਂ ਲਓ, ਮਾਤਾ ਖੀਵੀ ਵਾਲਾ ਗੁਣ ਹੈ ਇਹਦੇ ਚ ਕੋਈ? ਮਾਤਾ ਖੀਵੀ ਤਾਂ ਸਿੱਖਾਂ ਨੂੰ ਇਸ ਤਰ੍ਹਾਂ ਲੰਗਰ ਘਿਓ 'ਚ ਖੀਰ ਪਾ ਕੇ ਛਕਾਇਆ ਕਰਦੀ ਸੀ, ਖੀਰ ਦੇ ਵਿੱਚ ਘਿਓ, ਜਿਵੇਂ ਮਾਂ ਆਪਣੇ ਪੁੱਤ ਨੂੰ ਛਕਾਉਂਦੀ, ਮੇਰਾ ਪੁੱਤ ਤਗੜਾ ਹੋਏਗਾ ਖਾ ਕੇ। ਤੇ ਮਾਤਾ ਖੀਵੀ ਲੰਗਰ ਦੇ ਵਿੱਚ ਖੀਰ 'ਚ ਘਿਓ ਪਾ ਕੇ ਸਿੱਖਾਂ ਨੂੰ ਛਕਾਇਆ ਕਰਦੀ ਸੀ। ਹਰ ਅੰਮ੍ਰਿਤ ਖੀਰ ਘਿਆਲੀ, ਹਰੇਕ ਨੂੰ ਮਾਤਾ ਖੀਵੀ ਬਣਾ ਲੈਂਦੇ ਆਪਾਂ। ਕੋਈ ਗੁਣ ਵੀ ਹੈ ਉਹਦੇ 'ਚ। ਤੇ ਸ਼ੇਰੇ ਪੰਜਾਬ ਦਾ ਖਿਤਾਬ ਜਾ ਰਹੇ ਸੀ ਨਾ, ਸ਼ੇਰੇ ਪੰਜਾਬ ਲੈ ਕੇ ਆਪਣੀ ਫੌਜ, ਬੇਰੀ ਨੂੰ ਵੱਟੇ ਮਾਰ ਮਾਰ ਕੇ ਬੱਚੇ ਬੇਰ ਤੋੜਦੇ। ਇੱਕ ਵੱਟਾ ਸ਼ੇਰੇ ਪੰਜਾਬ ਦੇ ਹਾਥੀ ਦੇ ਹੌਦੇ 'ਚ ਆ ਕੇ ਵੱਜਿਆ। ਸਿਪਾਹੀਆਂ ਨੇ ਭੱਜ ਕੇ ਬੱਚਿਆਂ ਨੂੰ ਫੜ ਲਿਆ। ਡਰ ਗਏ ਮਾਂ ਪਿਓ, ਬਈ ਸ਼ੇਰੇ ਪੰਜਾਬ ਨੂੰ ਵੱਟਾ ਵੱਜਿਆ, ਕੀ ਪਤਾ ਉਹਨੂੰ ਕੀ ਸਜ਼ਾ ਦੇਣਗੇ। ਸ਼ੇਰੇ ਪੰਜਾਬ ਸਿਪਾਹੀਆਂ ਨੂੰ ਕਹਿੰਦੇ ਬੱਚਿਆਂ ਨੂੰ ਸਾਡੇ ਕੋਲ ਲਿਆਓ। ਤੇ ਕਹਿਣ ਲੱਗੇ, ਬੱਚਿਓ ਕਿਉਂ ਮਾਰਦੇ ਹੋ ਵੱਟੇ ਤੁਸੀਂ ਬੇਰੀ ਨੂੰ? ਛੋਟੇ ਛੋਟੇ ਹੱਥ ਜੋੜ ਕੇ ਕਹਿੰਦੇ, ਸਰਕਾਰ ਉਹ ਸਾਨੂੰ ਬੇਰ ਦਿੰਦੀ ਹੈ ਤਾਂ ਵੱਟੇ ਮਾਰ। ਸ਼ੇਰੇ ਪੰਜਾਬ ਕਹਿੰਦੇ, ਰੁੱਖਾਂ ਨੂੰ ਵੱਟੇ ਵੱਜਣ ਤੋਂ ਬੇਰ ਦੇਣ, ਸਾਨੂੰ ਵੱਟੇ ਵੱਜਣ ਤੇ ਅਸੀਂ ਸਜ਼ਾ ਦਈਏ, ਸਾਡੇ ਤੋਂ ਤਾਂ ਰੁੱਖ ਹੀ ਚੰਗੇ ਹੋਏ ਨਾ। ਫਿਰ ਹਰੇਕ ਨੂੰ ਸ਼ੇਰੇ ਪੰਜਾਬ ਮਾਰ ਖਿਤਾਬ ਦੇ ਦੇਣ। ਵਿਕਦੇ ਨੇ ਅੱਜ ਕੱਲ੍ਹ ਖਿਤਾਬ, ਜਿਹੜਾ ਖਰੀਦਣਾ ਤੁਸੀਂ ਖਰੀਦ ਸਕਦੇ ਹੋ। ਗੁਣਾਂ ਦੇ ਆਧਾਰ ਤੇ ਨਹੀਂ ਹੁੰਦੇ ਕੋਈ। ਇਹ ਇੱਕ ਬੁੱਕ ਭਰ ਕੇ ਮੋਹਰਾਂ ਦਾ ਦਿੱਤਾ, ਸੋਨੇ ਦੀਆਂ ਮੋਹਰਾਂ ਦਾ ਇੱਕ ਬੁੱਕ। ਬੱਚਿਓ ਬੇਰ ਤਾਂ ਤੋੜਿਆ ਕਰੋ, ਪਰ ਵੱਟਾ ਦੇ ਕੇ ਮਾਰਿਆ ਕਰੋ, ਕਿਸੇ ਰਾਹੀ ਨੂੰ ਨਾ ਵੱਜ ਜਾਏ। ਇਹਨੂੰ ਹਲੀਮੀ ਰਾਜ ਕਹਿੰਦੇ ਨੇ। 40 ਸਾਲਾਂ ਦੇ ਵਿੱਚ ਇੱਕ ਬੰਦੇ ਨੂੰ ਸਜ਼ਾਈ ਮੌਤ ਨਹੀਂ ਦਿੱਤੀ। ਕਿਸੇ ਦੇ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਹੋਈ, ਨਾ ਮੰਦਿਰ ਦੀ, ਨਾ ਮਸਜਿਦ ਦੀ, ਨਾ ਕਿਸੇ ਗਿਰਜੇ ਦੀ। ਮੰਦਿਰ ਵੀ ਬਣਾਏ ਸ਼ੇਰੇ ਪੰਜਾਬ ਨੇ, ਮਸੀਤਾਂ ਵੀ ਬਣਵਾਈਆਂ, ਗੁਰੂ ਘਰ ਵੀ ਬਣਾਏ। ਸਭ ਤੋਂ ਵੱਡੀ ਗੱਲ ਉਹਨਾਂ ਨੇ ਕੀਤੀ, ਗੁਰਦੁਆਰਾ ਤਾਂ ਪਿੰਡ 'ਚ ਬਣ ਦਿਆਂਗੇ ਜੇ ਸਕੂਲ ਬਣਾਓਗੇ ਨਾਲ, ਤਾਂ ਮੰਦਿਰ ਬਣੇਗਾ ਤੁਹਾਡੇ ਪਿੰਡ ਦੇ ਵਿੱਚ ਜੇ ਸਕੂਲ ਬਣੇਗਾ। ਭਾਵੇਂ ਉਹ 60 ਸਾਲ ਦਾ, ਭਾਵੇਂ 40 ਸਾਲ ਦਾ, 20 ਸਾਲ ਦਾ, ਉਹ ਸਕੂਲ 'ਚ ਜ਼ਰੂਰ ਜਾਏ। ਸ਼ੇਰੇ ਪੰਜਾਬ ਮਹਾਰਾਜ ਵੇਲੇ ਪਿੰਡ ਦੀ ਸੱਥ ਵਿੱਚ ਘੜੀ ਲੱਗੀ ਹੁੰਦੀ ਸੀ, ਹਰ ਇੱਕ ਪਿੰਡ ਦੇ ਵਿੱਚ ਸੱਥ ਦੇ ਵਿੱਚ, ਜਿਹੜੀ ਨਾਲ ਚੱਲਦੀ ਸੀ। ਹਰਿਮੰਦਰ ਸਾਹਿਬ ਅਜੇ ਵੀ ਲੱਗੀ ਹੋਈ ਆ। ਉਸ ਵੇਲੇ ਹਰ ਇੱਕ ਬੱਚਾ ਪੜ੍ਹਿਆ ਹੁੰਦਾ ਸੀ। ਇੰਨੀ ਸਾਡੀ ਐਜੂਕੇਸ਼ਨ ਸਟਰੋਂਗ ਸੀ ਕਿ ਸਭ ਤੋਂ ਪਹਿਲਾਂ ਘੜੀ ਬਣਾਉਣ ਵਾਲਾ ਇੱਕ ਸਰਦਾਰ ਹੈ ਲਹਿਣਾ ਸਿੰਘ, ਜਿਹਨੇ ਸੂਰਜ ਦੀ ਲਾਈਟ ਨਾਲ ਘੜੀ ਬਣਾਈ ਸੀ। ਸੋ ਸਾਧ ਸੰਗਤ ਜੀ, ਅੰਗਰੇਜ਼ਾਂ ਨੇ ਦੇਖਿਆ। ਦੂਜੀ ਗੱਲ ਇਹ ਸੀ, ਹਰ ਇੱਕ ਪਿੰਡ ਦੇ ਵਿੱਚ ਫੌਜ ਤਿਆਰ ਕੀਤੀ ਹੋਈ ਸੀ ਸ਼ੇਰੇ ਪੰਜਾਬ ਨੇ।
ਪਿੰਡ ਦੇ ਨੌਜਵਾਨ ਲੈ ਕੇ ਉਹਨਾਂ ਨੂੰ ਫੌਜੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੀ ਜਦ ਤੁਹਾਡੇ ਪਿੰਡ ਤੇ ਕੋਈ ਐਸੀ ਗੱਲ ਬਣੇ ਤੁਸੀਂ ਆਪਣੀ ਰੱਖਿਆ ਆਪ ਕਰਨੀ ਹੈ। ਹਰ ਇੱਕ ਪਿੰਡ ਵਿੱਚ ਮਿਲਟਰੀ ਸੀ, ਹਰ ਇੱਕ ਪਿੰਡ ਦੇ ਵਿੱਚ ਸੱਥ 'ਚ ਘੜੀ ਸੀ, ਹਰ ਇੱਕ ਪਿੰਡ ਦੇ ਵਿੱਚ ਸਕੂਲ ਸੀ ਤੇ ਬੱਚਾ ਇਸ ਪੰਜਾਬ ਦੀ ਧਰਤੀ ਦਾ ਪੜ੍ਹਿਆ ਹੋਇਆ ਸੀ। ਤੇ ਜਦੋਂ ਅੰਗਰੇਜ਼ ਆਏ ਉਹਨਾਂ ਨੇ ਦੇਖਿਆ ਕਿਉਂ ਨਹੀਂ ਇਹਨਾਂ ਨੂੰ, ਇਹ ਇੰਨੇ ਸਟਰੋਂਗ ਕਿਉਂ ਨੇ। ਉਹਨਾਂ ਆਖਿਆ ਇੱਕ ਤਿੰਨ ਤੋਂ ਵਿੱਦਿਆ ਖਤਮ ਕਰ ਦਿਓ। ਤੇ ਜਿਹੜਾ ਅਫਸਰ ਲਾਇਆ ਗਿਆ ਕਹਿੰਦਾ ਮੈਂ 50 ਸਾਲਾਂ ਦੇ ਵਿੱਚ ਇਹਨੂੰ ਵਿੱਦਿਆਹੀਣ ਕਰ ਦਿਆਂਗਾ, ਪਰ ਉਹਨੇ 33 ਸਾਲਾਂ ਦੇ ਵਿੱਚ ਜਿਹੜਾ ਘਰ ਘਰ 'ਚ ਪੜ੍ਹੇ ਲਿਖੇ ਸੀ, ਪਿੰਡ 'ਚ 5-4 ਪੜ੍ਹੇ ਲਿਖੇ ਮਿਲਦੇ ਸੀ, ਕੋਈ ਪੜ੍ਹਿਆ ਹੀ ਨਹੀਂ ਸੀ। 33 ਸਾਲਾਂ ਦੇ ਵਿੱਚ 6 ਆਨੇ ਦਾ ਕਾਇਦਾ ਖਰੀਦ ਲਿਆ ਘਰਾਂ 'ਚ। 6 ਆਨੇ, ਇੱਕ ਮਣ ਕਣਕ ਆ ਜਾਂਦੀ ਸੀ, ਬਜ਼ੁਰਗ ਦੱਸਦੇ ਹੁੰਦੇ ਆ ਉਦੋਂ। ਲੋਕਾਂ ਨੇ ਕਾਇਦੇ ਵੇਚ ਦਿੱਤੇ, ਉਹ ਹੱਥ ਲਿਖਤ ਕਾਇਦੇ ਸੀ, ਉਹਨੇ ਫੂਕ ਦਿੱਤੇ ਕਾਇਦੇ ਸਾਰੇ। ਨਾ ਕਾਇਦੇ ਹੋਣਗੇ ਤੇ ਨਾ ਇਹ ਪੜ੍ਹਨਗੇ। ਸਾਡੇ ਘਰਾਂ 'ਚੋਂ ਰਫਲਾਂ ਖਰੀਦ ਲੀਆਂ ਮਹਿੰਗੇ ਭਾਅ, ਕਿਰਪਾਨਾਂ ਖਰੀਦ ਲੀਆਂ, ਵਰਸ਼ੇ। ਸਾਨੂੰ ਸ਼ਸਤਰਹੀਣ ਕੀਤਾ ਪਹਿਲਾਂ। ਸਿੱਖ ਦੇ ਹਰ ਘਰ ਦੇ ਵਿੱਚ ਸ਼ਸਤਰ ਹੋਣਾ ਲਾਜ਼ਮੀ ਹੈ। ਸਾਡਾ ਵੈਰ ਨਹੀਂ ਕਿਸੇ ਨਾਲ, ਸਾਡੀ ਲੜਾਈ ਨਹੀਂ ਕਿਸੇ ਨਾਲ, ਅਸੀਂ ਕਿਸੇ ਤੇ ਵਾਅਦਾ ਨਹੀਂ ਕਰਦੇ, ਜ਼ੁਲਮ ਕਰਦੇ ਨਹੀਂ, ਪਰ ਜ਼ੁਲਮ ਨੂੰ ਬਰਦਾਸ਼ਤ ਵੀ ਨਹੀਂ ਕਰਦੇ। ਇਸ ਕਰਕੇ ਸਾਧ ਸੰਗਤ ਜੀ, ਇੰਗਲੈਂਡ ਦੇ ਵਿੱਚ ਕਾਨਫਰੰਸ ਹੋਈ ਵਿਦਵਾਨਾਂ ਦੀ। ਉੱਥੇ ਹਰ ਇੱਕ ਰਾਜੇ ਦੇ ਜੀਵਨ ਤੇ ਸਰਚ ਹੋਈ ਵੀ ਦੁਨੀਆ ਵਿੱਚ ਬਾਦਸ਼ਾਹ ਬੜੇ ਹੋਏ ਨੇ, ਰਾਜੇ ਬੜੇ ਹੋਏ ਨੇ, ਪਰ ਦੁਨੀਆ ਵਿੱਚ ਸਭ ਤੋਂ ਅੱਵਲ ਰਾਜ ਕਿਹਦਾ ਹੋਇਆ? ਤਾਂ ਸਭ ਤੋਂ ਉੱਤੇ ਸ਼ੇਰ ਮਹਾਰਾਜ ਰਣਜੀਤ ਸਿੰਘ ਦਾ ਨਾਮ ਲਿਖਿਆ ਹੋਇਆ। ਇੱਕੋ ਹੀ ਰਾਜਾ ਹੋਇਆ ਦੁਨੀਆ ਵਿੱਚ ਜਿਹਦੇ ਰਾਜ ਵਿੱਚ ਕੋਈ ਦੁਖੀ ਨਹੀਂ ਹੋਇਆ, ਕਿਸੇ ਧਰਮ ਦਾ, ਕਿਸੇ ਕੌਮ ਦਾ ਬੰਦਾ। ਬਈ ਜੇ ਸਿੱਖਣਾ ਫਿਰ ਇਹਨਾਂ ਤੋਂ ਸਿੱਖਿਆ ਕਰੋ ਕਿਵੇਂ ਕਰੀਦਾ ਰਾਜ। ਪੰਜਾਬ ਦੇ ਹਰ ਇੱਕ ਪਿੰਡ 'ਚ ਕਿਤੇ ਮਸੀਤ ਵੀ ਹੈ, ਮੰਦਿਰ ਵੀ ਹੈ, ਸਾਰੇ ਆਪਣੀ ਪੂਜਾ ਕਰ ਰਹੇ ਨੇ, ਕਿਸੇ ਨੂੰ ਇਤਰਾਜ਼ ਹੀ ਕੋਈ ਨਹੀਂ ਕਿਸੇ ਤੇ ਮਿਲਦੇ ਨੇ, ਮੀਆਂ ਜੀ ਸਲਾਮ, ਹਿੰਦੂ ਵੀ ਰਾਮ ਰਾਮ ਵੀਰ ਜੀ। ਤੇ ਸਾਨੂੰ ਲੜਾ ਲੜਾ ਕੇ ਮਾਰ ਰਹੇ ਨੇ ਲੋਕਾਂ ਨੂੰ, ਕੋਈ ਧਰਮ ਦੇ ਨਾਂ ਉੱਤੇ, ਕਿਸੇ ਗੁਰਦੁਆਰੇ ਦੇ ਨਾਂ ਉੱਤੇ, ਕਿਸੇ ਮਸੀਤਾਂ ਦੇ ਨਾਂ ਉੱਤੇ, ਕਿਤੇ। ਸਾਡਾ ਤਾਂ ਉਪਦੇਸ਼ ਹੀ ਇੱਕ ਹੈ। ਸੋ ਸਾਧ ਸੰਗਤ ਜੀ, ਬੇਨਤੀ ਹੈ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਭੇਸ ਬਦਲ ਕੇ ਆ ਗਏ, ਵੀਰ ਯਾਤਰਾ ਕਰਦੇ ਕਰਦੇ ਆ ਗਏ ਤੇ ਆ ਕੇ ਪੁੱਛਦੇ ਨੇ, ਬਾਬਾ ਕੀ ਗੱਲ ਪੰਡ ਕੋਲ ਬੈਠਾ ਇੱਥੇ? ਉਧਰ ਦੀ ਬੋਲੀ ਹੈ ਤੇ ਕਹਿੰਦਾ ਸਰਦਾਰਾ ਭਾਰਾ ਪਾ ਬੈਠਾ, ਭਰਾ। ਬਜ਼ੁਰਗਾਂ ਨੂੰ ਇਹ ਸਾਰੀਆਂ ਬੋਲੀਆਂ ਦਾ ਪਤਾ ਹੈ। ਹੁਣ ਤਾਂ ਅੰਗਰੇਜ਼ੀ ਜੀ ਬੋਲਣਗੇ, ਪਤਾ ਨਹੀਂ ਉਹਦਾ ਅਰਥ ਕੀ, ਕੁਛ ਨਹੀਂ ਨਿਕਲਦਾ। ਅੱਗੇ ਅਸੀਂ ਸਵੇਰੇ ਸਵੇਰੇ ਕਿਸੇ ਨੂੰ ਮਿਲਦੇ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅਕਾਲ ਸਤ ਹੈ, ਉਹਦੀ ਮਾਇਆ ਵਿੱਚ ਨਾ ਸ੍ਰੀ ਮਾਇਆ ਨੂੰ ਕਹਿੰਦੇ। ਉਹਦਾ ਕੋਈ ਅਰਥ ਤਾਂ ਹੈਗਾ ਨਾ ਸਤਿ ਸ੍ਰੀ ਅਕਾਲ ਦਾ। ਕੋਈ ਵੀਰ ਹਿੰਦੂ ਮਿਲਦਾ, ਰਾਮ ਰਾਮ ਜੀ, 2 ਵਾਰੀ ਰੱਬ ਦਾ ਨਾਮ ਤਾਂ ਚਿੱਤੇ ਆਉਂਦਾ ਨਾ। ਗੁਰਸਿੱਖ ਮਿਲਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਵਾਰੀ ਵਾਹਿਗੁਰੂ ਦਾ ਜਾਪ ਹੋ ਗਿਆ। ਕਿੱਡੀ ਪਵਿੱਤਰ ਮਰਿਆਦਾ ਸੀ ਸਾਡੀ। ਹੁਣ ਕੀ ਹੈ, ਪੜ੍ਹੇ ਲਿਖੇ, ਗੁੱਡ ਮੋਰਨਿੰਗ ਜੀ, ਗੋਡੇ ਤੇ ਲਾ ਲਾ ਰਗੜ ਕੇ ਗੁੱਡ ਮੋਰਨਿੰਗ। ਕੀ ਕੱਢੇਗਾ ਉਹਦੇ ਚੋਂ? ਮਾਤਾ ਜੀ
ਪਤਾ ਸੀ ਮਾਂ ਰੱਬ ਵਰਗੀ ਹੁੰਦੀ ਹੈ ਮਾਤਾ ਜੀ। ਹੁਣ ਪੜ੍ਹੇ ਲਿਖਿਆ ਮਾਂ, ਇਹਦਾ ਕੀ ਕੱਢੋਗੇ ਇਹਦੇ ਵਿੱਚੋਂ ਵੀ? ਇਹ ਹੱਸਣ ਦੀਆਂ ਗੱਲਾਂ ਨਹੀਂ, ਅਸਲ ਵਿੱਚ ਇਹ ਸਾਡੇ ਖਤਮ ਹੋਣ ਦੇ ਤਰੀਕੇ ਨੇ। ਜਿਹੜੀ ਕੌਮ ਖਤਮ ਕਰਨੀ ਹੋਵੇ ਉਹਦੀ ਭਾਸ਼ਾ ਖਤਮ ਕਰਨੀ ਪੈਂਦੀ ਹੈ ਪਹਿਲਾਂ। ਜਿਹਦੀ ਭਾਸ਼ਾ ਖਤਮ ਹੋ ਜਾਏ ਕੌਮ ਆਪਣੇ ਆਪ ਹੀ ਖਤਮ ਹੋ ਜਾਂਦੀ ਹੁੰਦੀ ਹੈ। ਪੜ੍ਹੋ ਜ਼ਰੂਰ, ਸਾਰੀਆਂ ਭਾਸ਼ਾ ਪੜ੍ਹੋ, ਪਰ ਬੋਲੋ ਪੰਜਾਬੀ। ਮਾਤਾ ਜੀ ਆਖੋ, ਸਤਿਕਾਰ ਆਪਣੇ ਆਪ ਹੀ ਆ ਜਾਏਗਾ। ਜ਼ਿਆਦਾ ਪੜ੍ਹੇ ਲਿਖੇ ਨਾ ਬਣੋ, ਕਿਤੇ ਆਪਣੀਆਂ ਜੜ੍ਹਾਂ ਹੀ ਪੋਲੀਆਂ ਕਰਕੇ ਬਹਿ ਜਾਓ। ਪਿਤਾ ਜੀ, ਬਾਪੂ ਜੀ ਕਹਿੰਦੇ ਸੀ ਜਾਂ ਪਿਤਾ ਜੀ ਕਹਿੰਦੇ ਸੀ, ਤੇ ਕਹਿਣ ਦੀ ਲੋੜ ਹੀ ਨਹੀਂ, ਸਤਿਕਾਰ ਤਾਂ ਆਪੇ ਹੀ ਆ ਜਾਣਾ। ਪਿਤਾ ਜੀ ਹੋਇਆ ਤੇ ਡੈਡ ਚੋਂ ਕੀ ਕੱਢੋਗੇ? ਡੈਡ ਦਾ ਮਤਲਬ ਤਾਂ ਮਰਿਆ, ਖਤਮ ਹੈ ਨਾ ਸਾਡੇ ਵੱਲੋਂ ਤਾਂ। ਡੈਡ ਕਿਹਨੂੰ ਕਹਿੰਦੇ ਨੇ? ਜਿਹੜਾ ਖਤਮ ਹੋ ਚੁੱਕਾ ਹੈ, ਵੀ ਮੈਂ ਤੇਰੇ ਆਖੇ ਨਹੀਂ ਲੱਗਣਾ, ਮੇਰੇ ਵੱਲੋਂ ਤੂੰ ਖਤਮ ਹੀ ਹੈ। ਤੇ ਫਿਰ ਸਾਨੂੰ ਕਿਸੇ ਨੇ ਖਤਮ ਕੀ ਕਰਨਾ ਬਈ? ਆਪਾਂ ਤਾਂ ਖਤਮ ਹੋਣ ਆਪ ਹੀ ਤੁਰ ਪਏ ਹਾਂ। ਅਸੀਂ ਤਾਂ ਆਪ ਹੀ ਤਿਆਰੀ ਕਰਕੇ ਉਸ ਰਾਹ ਪੈ ਗਏ ਹਾਂ ਜਿੱਧਰ ਵਿਨਾਸ਼ ਹੁੰਦਾ। ਕੋਈ ਭੂਆ ਨਹੀਂ ਸਾਡੀ, ਕੋਈ ਮਾਸੀ ਨਹੀਂ ਰਹੀ, ਕੋਈ ਚਾਚੀ ਤਾਈ ਨਹੀਂ ਰਹੀ। ਆਂਟੀ ਆ ਗਈ, ਪਤਾ ਨਹੀਂ ਕਿੱਧਰੋਂ ਆਈ, ਉਹ ਪਤਾ ਨਹੀਂ ਪਰਲੇ ਪਿੰਡ ਵਾਲੀ ਹੈ ਜਾਂ ਕਿਤੇ ਕੰਮ ਕਰਨ ਆਈ ਹੋਈ ਹੈ ਕੌਣ ਹੈ ਪਤਾ ਨਹੀਂ। ਅਸੀਂ ਪੜ੍ਹੇ ਲਿਖੇ ਹੋ ਗਏ, ਨਹੀਂ ਪੜ੍ਹੇ ਲਿਖੇ ਨਹੀਂ ਹੋਈ, ਬੇਸਮਝ ਹੋ ਗਏ ਹਾਂ, ਮੂਰਖ ਹੋ ਗਏ ਆਪਾਂ, ਜਿਹੜੇ ਆਪਣੇ ਆਪ ਨੂੰ ਆਪ ਹੀ ਖਤਮ ਕਰੀ ਜਾਂਦੇ। ਜਦੋਂ ਮਾਸੀ ਕਹਿੰਦੇ ਸੀ ਮਾਂ ਵਰਗੀ ਹੈ, ਮੇਰੀ ਮਾਂ ਦੀ ਭੈਣ ਹੈ, ਤੇ ਹੱਥ ਆਪੇ ਹੀ ਜੁੜ ਜਾਂਦੇ ਸੀ ਨਾ, ਮਾਸੀ ਜੋ ਹੋਈ ਤੇ ਮਾਂ ਦੀ ਭੈਣ ਹੈ, ਮੇਰੀ ਮਾਂ ਵਰਗੀ ਹੋਈ ਹੈ। ਭੂਆ ਮੇਰੇ ਬਾਪ ਦੀ ਭੈਣ ਲੱਗਦੀ ਹੈ, ਮੇਰੇ ਬਾਪ ਦੇ ਦੂਜਾ ਦਰਜਾ ਭੂਆ ਦਾ ਹੀ ਹੁੰਦਾ ਹੈ। ਭੂਆ ਦਾ ਹੱਕ ਬਾਪ ਜੀ ਨਹੀਂ ਹੁੰਦਾ। ਸਾਧ ਸੰਗਤ ਜੀ, ਜੇ ਕਿਤੇ ਕਚਹਿਰੀ ਜਾ ਵੜੇ ਟੱਦ ਚ ਮਾਰ ਲੈਂਦੀ ਹੈ ਭੂਆ, ਤਾਂ ਉਹਨੂੰ ਭੂਆ ਜੀ ਕਹਿੰਦੇ ਸੀ, ਮੇਰੀ ਭੂਆ ਹੈ। ਆਖਿਆ ਕਰੋ, ਜ਼ਿਆਦੇ ਨਾ ਪੜਿਆ ਕਰੋ, ਬਣਿਆ ਕਿਤੇ ਜ਼ਿਆਦੇ ਇੰਗਲਿਸ਼ਮੈਨ ਬਣਦੇ ਕਿਤੇ ਹੰਸਾਂ ਦੀ ਤੁਰਦੇ ਬਗਲਿਆਂ ਦੀ ਨਾ ਭੁੱਲ ਜਾਏ ਜੇ ਕਿਤੇ। ਇਸ ਕਰਕੇ ਪੜ੍ਹੋ ਸਾਰੀਆਂ ਭਾਸ਼ਾ, ਪਰ ਬੋਲੋ ਪੰਜਾਬੀ ਆਪਸ ਵਿੱਚ। ਆਪਣੇ ਰਿਸ਼ਤਿਆਂ ਨੂੰ ਬਰਕਰਾਰ ਰੱਖੋ, ਸਤਿਕਾਰ ਆਪਣੇ ਆਪ ਹੀ ਹੋਣ ਲੱਗ ਜਾਏਗਾ। ਸਾਧ ਸੰਗਤ ਤੇ ਬਜ਼ੁਰਗ ਕਹਿੰਦਾ, ਸਰਦਾਰਾ ਭਰਾ ਜ਼ਿਆਦਾ ਭਾਰਾ ਪਾ ਬੈਠਾ, ਭਰਾ ਪਾ ਲਿਆ ਜ਼ਿਆਦਾ ਭਾਰਾ, ਪੋਤਾ ਨਿਆਣਾ ਇਹ ਚੁੱਕਣ ਜੋਗਾ ਨਹੀਂ, ਤੇ ਮੈਂ ਬੁੱਢੜਾ ਕੁੱਬ ਮੇਰੇ ਲੱਕ 'ਚ ਪੈ, ਮੈਂ ਤਾਂ ਸੋਟੀ ਦੇ ਆਸਰੇ ਤੁਰਦਾ। ਆਪਣੀਆਂ ਪੰਡਾਂ ਲੋਕ ਭਾਰੀਆਂ ਚੁੱਕ ਕੇ ਲਈ ਜਾਂਦੇ, ਕਿਸੇ ਦੀ ਕੌਣ ਚੁੱਕਦਾ ਹੈ। ਸ਼ੇਰੇ ਪੰਜਾਬ ਕਹਿੰਦੇ, ਲਿਆ ਬਾਬਾ ਮੈਂ ਤੇਰੀ ਪੰਡ ਘਰ ਛੱਡ ਆਉਣਾ। ਸ਼ੇਰੇ ਪੰਜਾਬ ਨੇ ਉਹ ਕਣਕ ਦੀ ਪੰਡ ਚੱਕ ਲਈ, ਮਗਰ ਮੋਚੀ ਤੁਰਿਆ ਆਉਂਦਾ, ਤੇ ਉਹਦਾ ਪੋਤਾ ਉਹਦੇ ਘਰ ਸੁੱਟ ਕੇ ਪੰਡ ਮੁੜਨ ਲੱਗਾ ਨਾ, ਜਦੋਂ ਮਗਰੋਂ ਚੋਲਾ ਫੜ ਲਿਆ ਸ਼ੇਰੇ ਪੰਜਾਬ ਦਾ ਮੋਚੀ ਨੇ। ਉਹ ਸਰਦਾਰਾ, ਮੈਂ ਕਬਰ ਵਿੱਚ ਪੈ ਕੇ ਵੀ ਤੇਰੇ ਗੁਣ ਗਾਉਂਦਾ ਰਹਾਂਗਾ, ਮੈਨੂੰ ਸਰੀਰ ਮੇਰਾ ਕਬਰ 'ਚ ਪਿਆ ਹੋਵੇਗਾ, ਪਰ ਮੈਂ ਤੇਰੇ ਗੁਣ ਗਾਉਂਦਾ ਰਹਾਂਗਾ। ਤੂੰ ਮੈਨੂੰ ਸਦਾ ਵਾਸਤੇ ਦਿਲ ਕਰਕੇ ਖਰੀਦ ਲਿਆ ਹੈ, ਦੱਸ ਤਾਂ ਜਾ ਤੇਰਾ ਨਾਂ ਕੀ ਹੈ। ਮੂੰਹ ਤੋਂ ਮੜਾਸਾ ਲਾਇਆ ਸ਼ੇਰੇ ਪੰਜਾਬ ਨੇ, ਹੱਥ ਜੋੜ ਕੇ ਆਖਿਆ, ਬਾਬਾ ਮੇਰਾ ਨਾਂ ਰਣਜੀਤ ਸਿੰਘ ਹੈ, ਮੈਂ ਪਰਜਾ ਦਾ ਅਧਨਾ ਜਿਹਾ ਸੇਵਕ ਹਾਂ, ਪੂਰਾ ਨਹੀਂ, ਮੈਂ ਸੇਵਾ ਪੂਰੀ ਨਹੀਂ ਕਰ ਸਕਿਆ, ਮੈਂ ਅਧਨਾ ਜਿਹਾ ਸੇਵਕ ਹਾਂ, ਮੇਰਾ ਫਰਜ਼ ਹੈ ਪਰਜਾ ਦੀ ਸੇਵਾ। ਆਹ ਸੇਵਾ ਹੋ ਰਹੀ ਹੈ, ਖੂਨ ਚੋੜ ਕੇ ਪਰਜਾ ਦਾ ਪੀਤਾ ਜਾ ਰਿਹਾ। ਆ ਜਿਹੜੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਸੀ, ਮਹਿੰਗਾਈ ਵੱਧ ਰਹੀ ਹੈ, ਉਹਨਾਂ ਦੇ ਮੂੰਹ ਤੇ ਪਤਾ ਨਹੀਂ ਕਿਹਨੇ ਚੇਪੀ ਲਾਈ ਹੋਈ ਹੈ। ਭਗਵੇ ਕੱਪੜੇ ਕਿਉਂ ਪਾਏ ਤੁਸੀਂ? ਭਗਵੇ ਨੂੰ ਦਾਗ ਲਾਇਆ? ਭਗਵੇ ਦਾ ਮਤਲਬ ਹੈ ਤਿਆਗ।
ਵੀ ਮੈਂ ਤਿਆਗ ਕਰ ਚੁੱਕਾ। ਵਪਾਰ ਕਰਕੇ ਤੇ ਤੁਸੀਂ ਤਿਆਗੀ ਬਣੇ ਫਿਰਦੇ। ਕਿੱਧਰ ਗਈ ਸੱਚ ਤੁਹਾਡੀ ਜ਼ਬਾਨ? ਸੋ ਸਾਧ ਸੰਗਤ ਜੀ, ਜਦੋਂ ਫਿਰ ਸਿਰੋਂ ਪਾਣੀ ਟੱਪ ਜਾਏ, ਫਿਰ ਪਰਜਾ ਆਪਣੇ ਹੱਕ ਲੈਣੇ ਵੀ ਜਾਣਦੀ ਹੁੰਦੀ ਹੈ। ਜੇ ਰਾਜ ਦੇ ਸਕਦੀ ਹੈ ਤਾਂ ਲੈ ਵੀ ਸਕਦੀ ਹੁੰਦੀ ਹੈ। ਸਾਧ ਸੰਗਤ, ਜੇ ਸਿਰ ਤੇ ਬਿਠਾ ਸਕਦੀ ਹੈ ਤਾਂ ਸਿਰ ਪਰਨੇ ਸਿੱਟ ਵੀ ਸਕਦੀ ਹੈ। ਇਹ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਹੈ ਉਹ ਸਭ ਠਾਈ। ਰੱਬ ਵਿੱਚ ਦੁਨੀਆ ਹੈ, ਦੁਨੀਆ ਵਿੱਚ ਰੱਬ ਹੈ। ਜਿਹੜੀ ਗੱਲ ਜ਼ਿਆਦੀ ਲੋਕ ਕਹਿਣ ਲੱਗ ਜਾਣ, ਉਹ ਰੱਬ ਦੀ ਆਵਾਜ਼ ਹੁੰਦੀ ਹੈ। ਤੇ ਜਿਹੜੀ ਰੱਬ ਦੀ ਆਵਾਜ਼ ਹੋਵੇ, ਕਦੇ ਉਹਨੂੰ ਕੋਈ ਦਬਾ ਨਹੀਂ ਸਕਦਾ, ਕੋਈ ਉਹਨੂੰ ਖਤਮ ਨਹੀਂ ਕਰ ਸਕਦਾ। ਸੋ ਔੜ ਲੱਗ ਗਈ, ਬਾਰਿਸ਼ ਨਹੀਂ ਪੈਂਦੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਵੀ ਇੱਕ ਵਾਰੀ ਔੜ ਲੱਗ ਗਈ ਸੀ। ਫਸਲਾਂ ਨਹੀਂ ਬੀਜੀਆਂ ਗਈਆਂ, ਜਿਹੜੀਆਂ ਬੀਜੀਆਂ ਸੀ ਉਹ ਸੁੱਕ ਗਈਆਂ। ਇਕੱਠੇ ਹੋ ਕੇ ਖਡੂਰ ਸਾਹਿਬ ਦੇ ਜ਼ਿਮੀਂਦਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਗਏ ਕਿ ਮਹਾਰਾਜ, ਔੜ ਲੱਗੀ ਹੈ, ਬਾਰਿਸ਼ ਨਹੀਂ ਪੈਂਦੀ, ਜਿਹੜੀਆਂ ਬੀਜੀਆਂ ਸੀ ਫਸਲਾਂ ਸੁੱਕ ਗਈਆਂ, ਅੱਗੇ ਬੀਜਣ ਦਾ ਸਾਧਨ ਕੋਈ ਨਹੀਂ, ਇਸ ਤਰ੍ਹਾਂ ਹੀ ਰਿਹਾ ਤਾਂ ਕਾਲ ਪੈ ਸਕਦਾ ਹੈ। ਮਹਾਰਾਜ ਕਿਰਪਾ ਕਰੋ, ਬਾਰਿਸ਼ ਪਾ ਦਿਓ, ਪਵਾ ਦਿਓ ਬਾਰਿਸ਼। ਪਰਮਾਤਮਾ ਅੱਗੇ ਬੇਨਤੀ ਕਰੋ ਅਰਦਾਸ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਬਾਰਿਸ਼ ਪਾਉਣੀ ਜਾਂ ਨਾ ਪਾਉਣੀ ਇਹ ਤਾਂ ਪਰਮਾਤਮਾ ਦੀ ਮੌਜ ਹੈ। ਜਿਹੜਾ ਗੁਰੂ ਸਾਨੂੰ ਕਹਿੰਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਸਾਨੂੰ ਤਾਂ ਹੁਕਮ ਹੈ ਨਾ, ਜਿਵੇਂ ਰੱਖ ਰਿਹਾ ਜਿਵੇਂ ਰੱਖੇਗਾ ਭਲੀ ਕਾਰ ਹੈ ਮਹਾਰਾਜ। ਜੇ ਸੁੱਖ ਦਿੱਤੇ ਨੇ ਤਾਂ ਵੀ ਭਲੀ ਕਾਰ ਹੈ ਮਹਾਰਾਜ। ਜੇ ਦੁੱਖ ਵੀ ਆ ਗਿਆ ਤਾਂ ਫਿਰ ਭਲੀ ਕਾਰ ਹੀ ਹੈ ਮਹਾਰਾਜ, ਤੇਰੇ ਹੁਕਮ ਵਿੱਚ ਹੀ ਆਇਆ। ਇਸੇ ਕਰਕੇ ਸਿੱਖ ਰੋਜ਼ ਪੜ੍ਹਦਾ ਹੈ, ਕੇਤਿਆ ਦੁਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾ। ਦਾਤਾ, ਜੇ ਦੁੱਖ ਆ ਗਏ ਇਹ ਵੀ ਤੇਰੀ ਦਾਤ ਹੀ ਹੈ, ਅਸੀਂ ਦਾਤ ਹੀ ਮੰਨਦੇ ਹਾਂ ਮਹਾਰਾਜ। ਤੇ ਜੇ ਸੁੱਖ ਦਿੱਤੇ ਨੇ ਮਹਾਰਾਜ, ਇਹ ਵੀ ਤੇਰੀ ਦਾਤ ਹੈ। ਤੇ ਜੇ ਕਿਤੇ ਜੀਵਨ ਵਿੱਚ ਐਸਾ ਦੁਖਾਂਤ ਹੀ ਵਾਪਰ ਗਿਆ, ਕੋਈ ਘਾਟਾ ਪੈ ਗਿਆ, ਜਾਂ ਕੋਈ ਐਸੀ ਅਨਿਆਈ ਮੌਤ ਹੀ ਹੋ ਗਈ, ਮਾਰ ਹੀ ਪੈ ਗਈ ਜੀਵਨ ਦੇ ਵਿੱਚ, ਮਹਾਰਾਜ ਅਸੀਂ ਫੇਰ ਵੀ ਤੇਰੀ ਦਾਤ ਹੀ ਮੰਨਦੇ ਹਾਂ, ਉਹ ਵੀ ਤੇਰੀ ਦਾਤ ਹੀ ਹੈ। ਫਿਰ ਦੁੱਖ ਕਿਹਨੂੰ ਲੱਗਣਾ? ਸਾਧ ਸੰਗਤ ਜੀ, ਸੁੱਖ ਵੀ ਤੇਰੀ ਦਾਤ ਹੈ, ਦੁੱਖ ਵੀ ਤੇਰੀ ਦਾਤ ਹੈ। ਤੇ ਜੇ ਮਾਰ ਪਈ ਜੀਵਨ ਦੇ ਵਿੱਚ, ਫਿਰ ਵੀ ਤੇਰੀ ਦਾਤ ਹੀ ਹੈ ਸੱਚੇ ਪਾਤਸ਼ਾਹ। ਫਿਰ ਕਿਹਨੂੰ ਲੱਗਣਾ ਬਾਈ ਦੁੱਖ? ਦੁੱਖ ਤਾਂ ਲੱਗਦਾ ਕਿਉਂ, ਜਦੋਂ ਕਿਉਂ ਕਹਿੰਦਾ, ਸਾਈ ਭਲੀ ਕਾਰ ਜਿਹੜੀ ਪਾਵੇ, ਸਾਈ ਭਲੀ ਕਾਰ ਜਿਹੜੀ ਪਾਉਂਦੀ ਹੈ ਕਰਤਾਰ ਨੂੰ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜਿਹੜੇ ਗੁਰੂ ਦਾ ਇਹ ਉਪਦੇਸ਼ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਬਾਰਿਸ਼ ਪਾਉਣੀ ਨਾ ਪਾਉਣੀ ਪਰਮਾਤਮਾ ਦੀ ਮੌਜ ਹੈ। ਇਹ ਮੋੜਾ ਇੱਥੇ ਇੱਕ ਤਪਾ ਰਹਿੰਦਾ ਹੈ, ਛੱਪਰ ਜਿਹਾ ਬਣਾਇਆ, ਧੂਣਾ ਲਾਇਆ, ਬੈਠਾ ਬਾਹਰੋਂ ਅੱਗ ਨਾਲ ਸੜਦਾ, ਅੰਦਰੋਂ ਈਰਖਾ ਨਾਲ ਸੜੀ ਜਾਂਦਾ। ਦੇਖੋ ਜੀ, ਇੱਕ ਗ੍ਰਸਤੀ ਖਡੂਰ ਸਾਹਿਬ 'ਚ ਪੂਜਾ ਕਰਾ ਰਿਹਾ, ਲੋਕ ਦੂਰੋਂ ਦੂਰੋਂ ਆ ਕੇ ਉਹਨੂੰ ਮੱਥੇ ਟੇਕਦੇ। ਅਸੀਂ ਘਰ-ਬਾਰ ਛੱਡਿਆ, ਤਿਆਗੀ, ਸਾਨੂੰ ਕੋਈ ਪੁੱਛਦਾ ਨਹੀਂ।
ਖਾਮਖਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨਾਲ ਈਰਖਾ ਕਰਦਾ। ਇਹ ਇਕੱਠੇ ਹੋ ਕੇ ਜ਼ਿਮੀਂਦਾਰ ਤੱਬੇ ਕੋਲ ਚਲੇ ਗਏ। ਤੱਪਾ ਜੀ ਬਾਰਿਸ਼ ਨਹੀਂ ਪੈਂਦੀ, ਔੜ ਲੱਗ ਗਈ। ਇੱਥੇ ਬਾਰਿਸ਼ ਭਾਲ, ਇੱਥੇ ਤਾਂ ਪੈਣਾ ਹੀ ਨਹੀਂ ਮੀਂਹ ਕਦੇ ਵੀ। ਕਿਉਂ ਮਹਾਰਾਜ? ਇੰਨਾ ਪੱਧਰ ਹੋ ਰਿਹਾ ਕਿ ਗ੍ਰਿਸ਼ਟੀ ਦੀ ਪੂਜਾ ਹੋ ਰਹੀ ਹੈ ਖਨੂਰ ਦੇ ਵਿੱਚ। ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਪਿੰਡੋਂ ਕੱਢ ਦਿਓ, ਭੇਜ ਦਿਓ, ਮੈਂ ਮੀਂਹ ਪਵਾ ਦਿਆਂਗਾ। ਇਹ ਖਹਿਰੇ ਗੋਤ ਦੇ ਜਿਆਦੇ ਸੀਸ ਖਡੂਰ ਸਾਹਿਬ 'ਚ ਖਹਿਰੇ ਗੋਤ। ਇਹ ਨਾਭੇ ਦੇ ਆਲੇ ਦੁਆਲੇ 12 ਪਿੰਡ ਨੇ ਖਹਿਰਿਆਂ ਦੇ। ਇਹਨਾਂ ਨੂੰ ਖੰਡੂਰੀਏ ਖਹਿਰੇ ਕਹਿੰਦੇ ਨੇ, ਉੱਥੋਂ ਹੀ ਆਏ ਹੋਏ ਨੇ ਖਡੂਰ ਸਾਹਿਬ ਤੋਂ। ਇਹ ਇਕੱਠੇ ਹੋ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਚਲੇ ਗਏ। ਮਹਾਰਾਜ ਜੇ ਤੁਸੀਂ ਖਡੂਰ ਸਾਹਿਬ ਛੱਡ ਕੇ ਚਲੇ ਜਾਓ ਤੇ ਇੱਥੇ ਮੀਂਹ ਪੈ ਜਾਏਗਾ। ਗੁਰੂ ਅੰਗਦ ਦੇਵ ਜੀ ਮਹਾਰਾਜ ਸਮਝ ਗਏ ਵੀ ਤਪੇ ਦੇ ਬਹਿਕਾਏ ਹੋਏ ਆਏ। ਮਹਾਰਾਜ ਕਹਿੰਦੇ ਜੇ ਤੁਹਾਡਾ ਭਲਾ ਹੁੰਦਾ ਪਿੰਡ ਵਾਲਿਆਂ ਦਾ, ਇਲਾਕੇ ਦਾ, ਸਾਨੂੰ ਬਈ ਜਾਣ 'ਚ ਕੀ ਇਤਰਾਜ਼ ਹੈ? ਲੋੜੀਂਦਾ ਸਮਾਨ ਗੱਡਿਆਂ ਤੇ ਰੱਖਿਆ, ਛੱਡ ਕੇ ਮਹਾਰਾਜ ਤੁਰ ਪਏ। 12 ਕੋ 36 ਕਿਲੋਮੀਟਰ ਚਲੇ ਗਏ ਮਹਾਰਾਜ ਖਡੂਰ ਸਾਹਿਬ ਤੋਂ। ਖਾਨ ਛਾਪਰੀ ਮਹਾਰਾਜ ਦਾ ਸਥਾਨ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਖਾਨ ਛਾਪਰੀ। ਇੱਥੇ ਰੋਹੀ ਸੀ। ਇੱਥੇ ਜਾ ਕੇ ਮਹਾਰਾਜ ਨੇ ਪੜਾਅ ਕੀਤਾ। ਲੰਗਰ ਜਾਰੀ ਹੋ ਗਏ, ਕਥਾ ਕੀਰਤਨ ਸ਼ੁਰੂ ਹੋ ਗਿਆ, ਸੰਗਤ ਦੀ ਆਵਾਜਾਈ ਸ਼ੁਰੂ ਹੋ ਗਈ। ਇਹ ਤਾਂ ਸਮਰੱਥ ਗੁਰੂ ਜਿੱਥੇ ਆਪਣੇ ਮੁਬਾਰਕ ਚਰਨ ਧਰ ਦੇਵੇ, ਉਹ ਧਰਤੀ ਜੀਵਾਂ ਦੀ ਕਲਿਆਣਕਾਰੀ ਬਣ ਜਾਂਦੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਸੇ ਜੰਤ ਭਏ ਹਰਿਆਵਲੇ, ਜਿਨ ਮੇਰਾ ਸਤਿਗੁਰ ਦੇਖਿਆ ਹੈ। ਜਿੱਥੇ ਵੀ ਗੁਰੂ ਮਹਾਰਾਜ ਨੇ ਚਰਨ ਪਾਏ ਨੇ, ਆਪਣੇ ਨੇੜੇ ਲਲੌਚੀ ਨਗਰ, ਸੱਚੇ ਪਾਤਸ਼ਾਹ ਦੇ ਚਰਨ ਪਏ ਉੱਥੇ। ਸਦਾ ਹੀ ਉੱਥੇ ਬਾਣੀ ਦੀਆਂ ਗੂੰਜਾਂ, ਸੰਗਤਾਂ ਦੇ ਜੋੜ ਮੇਲੇ ਹੁੰਦੇ ਹੀ ਰਹਿੰਦੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਖਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਨ ਭਾਲਿਆ, ਗੁਰ ਸਿੱਖੀ ਸੋ ਥਨ ਭਾਲਿਆ। ਐ ਧੁਰ ਮੁਖ ਲਾਵਾ, ਗੁਰ ਸਿੱਖਾਂ ਕੀ ਕਾਲ ਥਾਏ ਪਈ। ਸਿੱਖਾਂ ਕੀ ਕਾਲ ਥਾਏ ਪਈ। ਇਨ ਹਰ ਪੂਜ ਕਰਾਵਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਉਹ ਖਾਨ ਛਾਪਰੀ ਰੌਣਕਾਂ ਲੱਗ ਗਈਆਂ। ਇੱਥੋਂ ਅਸੀਂ ਲੰਘਦੇ ਰਹਿੰਦੇ ਹਾਂ, 1-2 ਦਿਨਾਂ ਬਾਅਦ ਆ ਗਰਾਊਂਡ ਇੱਥੇ ਹੀ ਹੁੰਦਾ ਸਾਧ ਸੰਗਤ। ਬੱਚੇ ਖੇਡਦੇ ਹੁੰਦੇ ਸ਼ਾਮ ਨੂੰ, ਕਈ ਵਾਰੀ 10-15। ਪਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਕਿਵੇਂ ਰੌਣਕਾਂ ਲੱਗੀਆਂ ਹੋਈਆਂ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਸਫਾਈਆਂ ਕੀਤੀਆਂ ਗਈਆਂ, ਮੈਟ ਵਿਛਾਏ ਗਏ ਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਸੱਜਣਾ, ਪ੍ਰਕਾਸ਼ ਹੋਣਾ। ਉੱਥੇ ਰੌਣਕਾਂ ਲੱਗ ਗਈਆਂ, ਲੰਗਰ ਜਾਰੀ ਹੋ ਗਏ, ਕਥਾ ਕੀਰਤਨ, ਸੰਗਤਾਂ ਦੀ ਆਵਾਜਾਈ। ਜੈ ਸਤਿਗੁਰ ਤੈ ਸਤ ਸੰਗਤ ਬਣਾਈ।
ਗੁਰੂ ਤਾਂ ਸਮਰੱਥ ਹੈ, ਸਰਬੱਗ ਸਰਵ ਸ਼ਕਤੀਮਾਨ ਹੈ। ਉਹਦੇ ਚਰਨ ਪੈਣ ਨਾਲ ਤਾਂ ਧਰਤੀ ਪਵਿੱਤਰ ਹੋਣੀ ਹੈ। ਕੋਈ ਹੋਰ ਵੀ ਹੈ ਜਿਹਦੇ ਬੈਠਿਆਂ ਤੇ ਧਰਤੀ ਦੀ ਕਾਇਆ ਕਲਪ ਹੋ ਜਾਏ? ਮਹਾਰਾਜ ਕਹਿੰਦੇ ਹਾਂ, ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਸਾਧਨਾ ਸੰਪੰਨ ਰੱਬ ਦਾ ਪਿਆਰਾ ਬਹਿ ਜਾਏ, ਉਹ ਧਰਤੀ ਵੀ ਸੋਭਨੀਕ ਬਣ ਜਾਂਦੀ। ਉਹ ਮਹਾਰਾਜ ਸੋਭਨੀਕ ਕਿਉਂ ਹੁੰਦੀ ਹੈ? ਮਹਾਰਾਜ ਕਹਿੰਦੇ ਉਹ ਸੇਵਨ ਸਮਰੱਥ ਆਪਣਾ। ਸਰੀਰ ਪਵਿੱਤਰ ਨਹੀਂ ਹੈ, ਨਾਮ ਪਵਿੱਤਰ ਹੈ। ਇਸੇ ਸਰੀਰ ਦੁਆਰਾ ਨਾਮ ਜਪਿਆ ਇੰਨਾ ਪਵਿੱਤਰ ਹੋ ਗਿਆ ਸਰੀਰ, ਜਿੱਥੇ ਚਰਨ ਧਰਦਾ 68 ਤੀਰਥ ਜੈ ਸਾਧ ਭਗਤ ਹੈ। ਉਹ ਇੰਨੀ ਪਵਿੱਤਰ ਹੋ ਜਾਂਦੀ ਹੈ ਧਰਤੀ। ਖਾਨ ਛਾਪਰੀ ਚਲੇ ਗਏ ਮਹਾਰਾਜ, ਹੁਣ ਸਥਾਨ ਖਾਲੀ ਹੈ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਨਗਰ ਵਸਾ ਰਹੇ ਨੇ। ਭੇਜਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਜਾਓ ਨਗਰ ਵਸਾਓ ਗੋਂਦੇ ਖੱਤਰੀ ਦੀ ਪੈਲੀ 'ਚ ਗੋਇੰਦਵਾਲ। ਉਹ ਨਗਰ ਜਿਹਦਾ ਟੱਪ ਗੁਰੂ ਅੰਗਦ ਦੇਵ ਜੀ ਨੇ ਲਾਇਆ, ਨਗਰ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਹੋਇਆ, ਜਿੱਥੇ ਭਾਈ ਗੁਰਦਾਸ ਜੀ ਦਾ ਜਨਮ ਹੋਇਆ, ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਟੋਕਰੀ ਢੋਈ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਚਰਨ ਪਏ। ਐਵੇਂ ਨਹੀਂ ਬਾਣੀ 'ਚ ਲਿਖਤਾ ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦਵਾਲ ਸੱਚਖੰਡ ਵਰਗਾ ਹੈ। ਗੋਇੰਦਵਾਲ ਨਗਰ ਵਸਾਰੇ ਸੀ ਗੁਰੂ ਅਮਰਦਾਸ ਮਹਾਰਾਜ। ਦਰਸ਼ਨ ਕਰਨ ਵਾਸਤੇ ਆਏ, ਖੰਡੂਰ ਸਾਹਿਬ ਸਥਾਨ ਖਾਲੀ ਹੈ। ਪੁੱਛਿਆ ਕਿੱਥੇ ਨੇ ਸੱਚੇ ਪਾਤਸ਼ਾਹ ਮਹਾਰਾਜ? ਗੁਰੂ ਅੰਗਦ ਦੇਵ ਜੀ ਮਹਾਰਾਜ ਕਿੱਥੇ? ਦੱਸਿਆ ਜੀ ਇੱਥੇ ਤਬੇ ਦੇ ਕਹੇ ਤੇ ਜ਼ਿਮੀਂਦਾਰਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਚੋਂ ਜਾਣ ਵਾਸਤੇ ਕਹਿ ਦਿੱਤਾ। ਸਿੱਖ ਕਾਹਦਾ ਜਿਹੜਾ ਗੁਰੂ ਦੀ ਤੁਹੀਨ ਸੁਣ ਕੇ ਚੁੱਪ ਕਰ ਗਿਆ? ਉਹਨੂੰ ਤਾਂ ਸਿੱਖ ਖਵਾਉਣਾ ਹੀ ਪਾਪ ਹੈ ਸਾਧ ਸੰਗਤ। ਸਾਡੀ ਤਾਂ ਪਤਾ ਨਹੀਂ ਆਦਤ ਜੀ ਬਣ ਗਈ ਹੈ, ਸਟੇਜ ਤੇ ਬਹਿ ਕੇ ਉਹ ਨਿੰਦਿਆ ਕਰ, ਸਿੱਖੋ ਤੇ ਸੁਣ ਰਹੇ ਨੇ। ਧੰਨ ਨੇ ਸਿੱਖੋ ਤੁਹਾਡੇ ਕੰਨ ਜਿਹੜੇ ਗੁਰੂ ਦੀ ਨਿੰਦਿਆ ਸੁਣ ਕੇ ਚੁੱਪ ਕਰਕੇ ਬੈਠੇ। ਸੁਣੇ ਨਾ, ਜੇ ਕੁਛ ਨਹੀਂ ਕਰਨ ਜੋਗਾ ਤਾਂ ਸੁਣੇ ਨਾ, ਉੱਥੋਂ ਪਰਾਂ ਚਲਾ ਜਾਏ, ਉੱਥੇ ਖੜੇ ਹੀ ਨਾ। ਤੇ ਜੇ ਗੁਰੂ ਦੀ ਕਿਰਪਾ ਫਿਰ ਮਰਨਾ ਤਾਂ ਹੈ ਹੀ ਹੈ, ਅਟੈਕ ਹੋ ਕੇ ਮਰ ਜਾਵਾਂਗੇ, ਲੱਤਾਂ ਘੜੀਸਦੇ ਫਿਰਾਂਗੇ, ਬਿਮਾਰ ਹੋ ਕੇ ਮਰਾਂਗੇ, ਮਰਨਾ ਤਾਂ ਹੈ। ਜੇ ਕਿਤੇ ਸਮਾਂ ਮਿਲ ਜਾਏ ਗੁਰੂ ਦੇ ਲੇਖੇ ਲੱਗਣ ਦਾ, ਗੁਰੂ ਵਾਸਤੇ, ਦੇਸ਼ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ, ਤਾਂ ਫੇਰ ਨਹੀਂ ਦੇਰ ਕਰਨੀ ਚਾਹੀਦੀ। ਫਿਰ ਕੋਈ ਜਪ ਤਪ ਦੀ ਲੋੜ ਨਹੀਂ, ਕੋਈ ਤਪੱਸਿਆ ਨਹੀਂ ਲੋੜ, ਕੋਈ ਭਜਨ ਪਾਠ ਦੀ ਲੋੜ ਨਹੀਂ ਉਹਨੂੰ। ਸ਼ਹੀदों की चिताओं पर लगेंगे हर बरस मेले, कौम पर मिटने वालों का आखिरी यही निशान होगा। ਉਹ ਸ਼ਹੀਦਾਂ ਦੀਆਂ ਤਾਂ ਮੜੀਆਂ ਤੇ ਵੀ ਲੋਕ ਮੱਥੇ ਟੇਕਦੇ, ਪਰ ਹੋਵੇ ਸ਼ਹੀਦ ਇਹ ਨਾ ਵੀ ਵੱਟ ਪਿੱਛੇ ਮਰ ਜਾ, ਕਿਤੇ ਘਰਦਿਆਂ ਨੂੰ ਚੰਬੜਿਆ ਫਿਰਿਓ। ਸ਼ਹੀਦ ਉਹਨੂੰ ਕਹਿੰਦੇ ਨੇ ਜਿਹਦੇ 'ਚ ਆਪਣਾ ਮਕਸਦ ਨਹੀਂ ਕੋਈ, ਦੇਸ਼ ਦੇ ਬਾਰਡਰ ਤੇ ਖੜਾ ਹੈ, ਹਿੱਕ 'ਚ ਗੋਲੀ ਖਾਧੀ ਜਿੰਨੇ, ਉਹ ਸ਼ਹੀਦ ਹੈ। ਕੌਮ ਦੀ ਗੱਲ ਹੈ, ਧਰਮ ਦੀ ਗੱਲ ਹੈ, ਪੰਥ ਦੀ ਗੱਲ ਹੈ। ਆ ਜਿੰਨੇ ਹੁਣ ਸਰੀਰ ਛੱਡ ਰਹੇ ਨੇ ਉੱਥੇ, ਉਹਨਾਂ ਨੂੰ ਕੋਈ ਜਪ ਤਪ ਦੀ ਲੋੜ ਨਹੀਂ ਹੈ। ਉਹਨਾਂ ਦਾ ਮਕਸਦ ਹੀ ਸੀ ਕਿ ਅਸੀਂ ਹੱਕ ਸੱਚ ਵਾਸਤੇ ਤੁਰੇ ਹੋਏ। ਦੇਖੋ ਕਿੱਡੇ ਕਿੱਡੇ ਇਕੱਠ ਹੁੰਦੇ ਆ ਉੱਥੇ, ਫਿਰ ਕਿਵੇਂ ਫਿਰ ਜਕਾਰੇ ਛੱਡੇ ਜਾਂਦੇ। ਇੱਥੇ ਵੀ ਤਾਂ ਮਰਨਾ ਹੀ ਸੀ ਨਾ ਇੱਕ ਦਿਨ, ਗੱਡਾ ਲੱਕੜਾਂ ਦਾ ਲੈ ਮਰਦੇ ਨਾਲ, ਹੋਰ ਕਿਹਨੇ ਪੁੱਛਣਾ ਸੀ। ਇਸ ਕਰਕੇ ਸਾਧ ਸੰਗਤ ਜੀ, ਜਾਂ ਤਾਂ ਗੁਰੂ ਦੀ ਨਿੰਦਿਆ ਸੁਣੇ ਨਾ, ਜੇ ਕੋਈ ਕਰਿਆ ਪਰੇ ਚਲੇ ਜਾਓ ਉੱਥੋਂ, ਤੇ ਜਾਂ ਫਿਰ ਹੁਕਮ ਹੈ ਭੇਟ ਕਰੇ ਸੰਗ ਕਰਪਾਨ, ਉਸੇ ਵੇਲੇ ਭੇਟ ਕਰ ਦੇਵੇ ਬਸ। ਇਦੋਂ ਕੋਈ ਸੌਖਾ ਰਾਹ ਨਹੀਂ ਗੁਰੂ ਨਾਨਕ ਦੇ ਘਰ। ਸਿੱਧੀਆਂ ਸ਼ਹੀਦਾਂ ਵਾਸਤੇ ਸਪੈਸ਼ਲ ਕੋਟਾ, ਉੱਥੇ ਕੋਈ ਜਪ ਤਪ ਦੀ ਲੋੜ ਨਹੀਂ ਹੈ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਸੰਗ ਕਰਪਾਨ। ਸੁਣੇ ਨਾ ਗੁਰੂ ਦੀ ਨਿੰਦਿਆ ਆਪਣੇ ਕੰਨ।
ਜਦੋਂ ਸੁਣੀ ਗੁਰੂ ਅਮਰਦਾਸ ਮਹਾਰਾਜ ਨੇ, ਤੁਹੀਨ ਕੀਤੀ ਹੈ ਇਹਨਾਂ ਨੇ, ਤਪੇ ਦੇ ਕਹਿ ਤੇ ਕਹਿਣ ਲੱਗੇ ਤੁਸੀਂ ਵੀ ਨਹੀਂ ਰਹੋਗੇ ਇੱਥੇ, ਉੱਜੜ ਤੁਸੀਂ ਵੀ ਜਾਓਗੇ ਹੁਣ ਇੱਥੇ। ਬਚਨ ਕਰਤਾ ਮਹਾਰਾਜ ਤੇ ਬਾਰਿਸ਼ ਪੈ ਗਈ। ਫਿਰ ਪਵਾਤੀ ਤਪੇ ਨੇ ਬਾਰਿਸ਼? ਨਹੀਂ ਮਹਾਰਾਜ, ਬਾਰਿਸ਼ ਤਾਂ ਕੀ ਪੈਣੀ ਸੀ, ਅਸੀਂ ਕਹਿਣ ਜਾਂਦੇ ਹਾਂ ਤੇ ਤਪਾ ਬਾਰਿਸ਼ ਪਵਾਓ ਤਪਾ ਜੀ, ਉਹ ਤਾਂ ਸਾਨੂੰ ਭੱਜ ਭੱਜ ਕੇ ਪੈਂਦਾ, ਅੰਦਰੋਂ ਅੱਗ ਨਾਲ ਸੜਦਾ, ਅੰਦਰੋਂ ਈਰਖਾ ਨਾਲ ਸੜੀ ਜਾਂਦਾ, ਬਾਹਰੋਂ ਅੱਗ ਨਾਲ ਸੜਦਾ, ਅੰਦਰ ਸ਼ਾਂਤੀ ਕਿੱਥੇ, ਕੋਈ ਮਿੱਠਾ ਵਚਨ ਬੋਲੇ, ਭੱਜ ਭੱਜ ਪੈਂਦਾ ਸਾਨੂੰ। ਮੀਂਹ ਮੇਰੀ ਬੁੱਕਲ 'ਚ ਫੜਿਆ, ਪੈ ਜਾਗਾ ਮੀਂਹ, ਕਾਹਲੀ ਪਈ ਹੈ ਤੁਹਾਨੂੰ। ਇੱਕ ਰੱਬ ਵੱਲੋਂ ਤੰਗ ਆ, ਮਹਾਰਾਜ ਔੜ ਲੱਗੀ, ਦੂਜਾ ਤਪਾ ਭੱਜ ਭੱਜ ਕੇ ਪੈਂਦਾ ਸਾਨੂੰ। ਮਹਾਰਾਜ ਕਹਿੰਦੇ ਬਾਰਿਸ਼ ਪਵਾਉਣੀ ਹੈ ਤੁਸੀਂ? ਹੋਰ ਮਹਾਰਾਜ ਤਰਲੇ ਕਾਹਦੇ ਵਾਸਤੇ ਮਾਰਦੇ ਫਿਰਦੇ, ਕਦੇ ਤਪੇ ਦੇ ਕਦੇ ਬਾਰਿਸ਼ ਵਾਸਤੇ ਤਾਂ ਮਿੰਨਤਾਂ ਕਰਦੇ ਫਿਰਦੇ। ਮਹਾਰਾਜ ਕਹਿੰਦੇ ਫਿਰ ਬਾਰਿਸ਼ ਹੁਣ ਤਪੇ ਤੋਂ ਹੀ ਪਵਾਵਾਂਗੇ ਆਪਾਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਾਓ, ਜਿਹਦੇ ਖੇਤ 'ਚ ਲੈ ਜਾਓਗੇ ਤਪੇ ਨੂੰ, ਉੱਥੇ ਮੀਂਹ ਪੈ ਜਾਏਗਾ। ਗਏ ਇਕੱਠੇ ਹੋ ਕੇ, ਤਪਾ ਅੰਦਰ ਬੈਠਾ ਸੀ, ਕੱਪੜੇ ਕਾਲੇ, ਮੂੰਹ ਕਾਲਾ, ਕੱਪੜੇ। ਇਹਨੂੰ ਘੋਰੀ ਤਪ ਕਹਿੰਦੇ ਨੇ ਸਾਧ ਸੰਗਤ ਜੀ, ਘੋਰ ਤਪ ਇਹਨੂੰ ਕਹਿੰਦੇ ਨੇ। ਨਹਾਣਾ ਨਹੀਂ, ਧੋਣਾ ਨਹੀਂ, ਸੁੱਚ ਨਹੀਂ, ਪਵਿੱਤਰ ਨਹੀਂ, ਸ਼ੁੱਧੀ ਨਹੀਂ, ਇਹ ਘੋਰ ਤਪ ਹੈ। ਗੁਰੂ ਘਰ ਵਿੱਚ ਘੋਰ ਤਪ ਨਹੀਂ ਹੁੰਦਾ, ਕਠਿਨ ਤਪ ਤਾਂ ਹੁੰਦਾ ਹੈ। ਕਈ ਕਈ ਘੰਟੇ ਬੈਠਣਾ, ਕਈ ਕਈ ਘੰਟੇ ਸਿਮਰਨ ਕਰਨਾ, ਬਹਿ ਕੇ ਥੱਕੇ ਨਾ, ਤੁਰ ਕੇ ਕਰਨ ਲੱਗ ਜਾਣਾ, ਤੁਰ ਕੇ ਥੱਕ ਜਾਣਾ, ਖੜ ਕੇ। ਗੁਰੂ ਅਮਰਦਾਸ ਮਹਾਰਾਜ ਸਾਰੀ ਰਾਤ ਕਿੱਲੀ ਨੂੰ ਹੱਥ ਪਾ ਕੇ ਖੜ ਕੇ ਸਿਮਰਨ ਕਰਦੇ ਹੁੰਦੇ। ਨਾਲੇ ਬਚਨ ਹੋ ਚੁੱਕੇ ਨੇ, 12 ਵਾਰ ਮਿਲ ਚੁੱਕੇ ਹੈ ਸਾਨੂੰ ਉਪਦੇਸ਼ ਦੇਣ ਵਾਸਤੇ। ਸਾਰੀ ਰਾਤ ਕਿੱਲੀ ਨੂੰ ਹੱਥ ਪਾ ਕੇ, 90 ਸਾਲ ਦੀ ਉਮਰ ਸੀ, ਫਿਰ ਕਿੱਲੀ ਨੂੰ ਹੱਥ ਪਾ ਕੇ ਖੜੇ ਰਹਿੰਦੇ ਨੇ ਸਾਰੀ ਰਾਤ। ਕਿੱਲੀ ਸਾਹਿਬ ਗੁਰਦੁਆਰਾ ਗੋਇੰਦਵਾਲ ਸਾਹਿਬ ਦੇ ਵਿੱਚ ਸਾਨੂੰ ਸਿੱਖਿਆ ਦੇਣ ਵਾਸਤੇ। ਬਹਿ ਕੇ ਥੱਕ ਗਿਆ, ਪੈ ਕੇ ਸਿਮਰਨ ਕਰੀ ਜਾ। ਉਹਨੂੰ ਯਾਦ ਕਰਨ ਦਾ ਨਾਮ ਭਗਤੀ ਹੈ, ਸਰੀਰ ਨੂੰ ਤੰਗ ਕਰਨ ਦਾ ਨਾਮ ਭਗਤੀ ਨਹੀਂ ਹੈ। ਵੀ ਨਹੀਂ ਚੌਂਕੜਾ ਵੱਜਦਾ ਤੇ ਹੁਣ ਆਪਾਂ ਪਾਠ ਹੀ ਸਿਮਰਨ ਹੀ ਨਹੀਂ ਕਰਨਾ। ਜਿਵੇਂ ਬਹਿ ਸਕਦੇ ਉਵੇਂ ਬਹਿ ਜਾਓ, ਮੰਜੇ ਤੇ ਬੈਠ ਜਾਓ, ਕੁਰਸੀ ਤੇ ਬੈਠ ਕੇ ਕਰ ਸਕਦੇ ਹੋ। ਆ ਬਜ਼ੁਰਗਾਂ ਨੂੰ ਨੀਂਦ ਨਹੀਂ ਆਉਂਦੀ, ਪੈ ਕੇ ਕਰੀ ਜਾਓ ਵਾਹਿਗੁਰੂ ਵਾਹਿਗੁਰੂ। ਲਿਖਿਆ ਹੀ ਹੈ, ਜਪਣਾ ਨਹੀਂ ਹੈ। ਖੁੱਡ ਤੇ ਡੰਡੇ ਨਹੀਂ ਮਾਰਨੇ, ਸੱਪ ਦੇ ਸਿਰ 'ਚ ਮਾਰਨਾ ਹੈ। ਖੁੱਡ ਕੁੱਟੇ ਤੇ ਕੀ ਹੋਣਾ, ਇਹ ਤਾਂ ਬਰਮੀ ਹੈ। ਬਰਮੀ ਮਾਰੀ ਸਾਪ ਨਾ ਮੂਆ। ਇਹ ਸਰੀਰ ਨੂੰ ਤੰਗ ਨਹੀਂ ਕਰਨਾ, ਉਹਨੂੰ ਯਾਦ ਕਰਨਾ ਜਿਸ ਤਰੀਕੇ ਨਾਲ ਕਰ ਸਕਦੇ। ਤੁਰ ਕੇ ਕਰ ਲਓ, ਕੰਮ ਕਰਦੇ ਕਰੀ ਜਾਓ ਪਾਠ। ਗੱਡੀ ਚਲਾਉਂਦੇ ਜਾ ਰਹੇ ਹੋ, ਮੋਟਰਸਾਈਕਲ ਚਲਾਉਂਦੇ ਜਾ ਰਹੇ ਹੋ, ਉਹ ਨਾ ਕੰਨਾਂ 'ਚ ਬਿੰਡੇ ਲਾ ਕੇ ਗਾਣੇ ਸੁਣੋ, ਵਾਹਿਗੁਰੂ ਵਾਹਿਗੁਰੂ ਕਰਦੇ ਜਾਓ। ਕੀ ਪਤਾ ਕਿੱਥੇ ਤੇਰੇ ਨਾਲ ਦੁਰਘਟਨਾ ਹੋ ਜਾ, ਵਾਹਿਗੁਰੂ ਤੇਰੇ ਨਾਲ ਤਾਂ ਹੋਵੇਗਾ ਨਾ ਬਈ। ਉਹ ਗਾਣੇ ਵਾਲਾ ਕੀ ਸਵਾਰੇਗਾ ਤੇਰਾ, ਕੁਛ ਨਹੀਂ ਨਾ ਸਵਾਰਨਾ। ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਵੇ ਤਾਂ ਤੇਰੀ ਤੱਤੀ ਵਾਹ ਨਾ ਲੱਗੇ ਹੀ ਪਾਰ ਬ੍ਰਹਮ ਸਰਨਾਈ। ਮਹਾਰਾਜ ਕਹਿੰਦੇ ਤੈਨੂੰ ਤਾਂ ਨਹੀਂ ਉਹਨੇ ਲੱਗਣ ਦੇਣੀ। ਪਰ ਇਹ ਆਪਾਂ ਨੂੰ ਸੰਗਤ 'ਚ ਆ ਕੇ ਸੋਝੀ ਆਉਣੀ ਆ ਵੀ ਜਾਣਾ ਤਾਂ ਹੈ ਹੀ ਚੰਨੋ, ਤੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਈ ਤੇ ਭਲਾ ਹੋ ਜਾਏਗਾ। ਤੇ ਨਹੀਂ ਤਾਂ ਫਿਰ ਉਹ ਠੁਮਕੇ ਵਾਲੇ ਨੇ ਤੈਨੂੰ ਕੀ ਦੱਸਣਾ, ਮਰ ਗਿਆ ਵੇ ਤੂੰ ਸੜ ਗਿਆ, ਵੀ ਆਹੀ ਸੁਣਨਾ ਨਾ, ਹੋਰ ਕੀ ਹੈ ਤੂੰ। ਤੇ ਜਿਹੜਾ ਆਪ ਹੀ ਮਰਦਾ ਸੜਦਾ ਫਿਰਦਾ, ਤੇ ਤੈਨੂੰ ਉਹਨੇ ਕੀ ਸੱਚਖੰਡ ਪਹੁੰਚਾਉਣਾ ਉੱਥੇ। ਜਦੋਂ ਗਏ ਤਪੇ ਕੋਲ, ਕਹਿੰਦੇ ਤਪਾ ਜੀ ਬਾਹਰ ਆਓ। ਉਹ ਕਹਿੰਦਾ ਮੈਂ ਨਹੀਂ ਆਉਂਦਾ। 2-4 ਵਾਰੀ ਆਖਿਆ, ਨਹੀਂ ਨਿਕਲਿਆ। 5-4 ਮੁੰਡੇ ਜਵਾਨ ਜਾਨ ਬੜੇ ਛੱਪਰ 'ਚੋਂ ਬਾਹਰ ਖਿੱਚ ਲਿਆਂਦਾ ਉਹਨਾਂ ਨੇ, ਮੋਢਿਆਂ ਤੋਂ ਫੜ ਕੇ। ਜਦੋਂ ਬਾਹਰ ਕੱਢਿਆ ਤਪਾ, ਬੱਦਲ ਜਿਹਾ ਹੋ ਗਿਆ, ਆਸ ਹੋ ਗਈ ਵੀ ਪਏਗਾ ਮੀਂਹ। ਜਿਹੜੇ ਪਿੰਡ ਦੇ ਚੌਧਰੀ ਸੀ, ਇਹ ਨੰਬਰਦਾਰ ਬਾਅਦ 'ਚ, ਪਹਿਲਾਂ ਚੌਧਰੀ ਹੁੰਦੇ ਸੀ ਪਿੰਡਾਂ 'ਚ। ਇਹ ਸਾਰੀਆਂ ਜ਼ਮੀਨਾਂ ਚੌਧਰੀਆਂ ਦੇ ਕਬਜ਼ੇ 'ਚ ਹੁੰਦੀਆਂ ਸੀ। ਇੱਕ ਚੌਧਰੀ ਹੁੰਦਾ ਸੀ ਪਿੰਡ 'ਚ, ਸਾਰੀ ਜ਼ਮੀਨ ਉਹਦੇ ਕਬਜ਼ੇ 'ਚ ਹੁੰਦੀ ਸੀ। ਬਾਕੀ ਸਾਰਾ ਪਿੰਡ ਉਹਦਾ ਵਣਜਾਰਾ ਹੁੰਦਾ ਸੀ। ਉਹ ਆਪਣੀ ਮਰਜ਼ੀ ਨਾਲ ਫਸਲ ਬਜਾਉਂਦਾ ਸੀ, ਵੀ ਤੂੰ ਮਾਂਹ ਬੀਜਣੇ ਨੇ, ਤੂੰ ਛੋਲੇ ਬੀਜੀ, ਤੂੰ ਮਸਰੀ ਬੀਜ ਦੇਈਂ।
ਤੂੰ ਮੂੰਗੀ ਬੀਜੀ ਬਈ, ਤੇ ਫਿਰ ਜਦੋਂ ਦਾਣੇ ਪੱਕ ਜਾਂਦੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਦਿੰਦਾ ਸੀ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਾਇਦਾਦਾਂ ਦਾ ਮਾਲਕ ਬਣਾਇਆ, ਵੀ ਜਿਹੜੀ ਕੋਈ ਵਾਂਦਾ ਉਹਦਾ ਮਾਲਕ ਹੈ, ਕੋਈ ਕਿਸੇ ਦਾ ਚੌਧਰੀ ਦਾ ਮਾਮਲਾ ਨਹੀਂ ਭਰੇਗਾ। ਅਸੀਂ ਮਾਲਕ ਉਦੋਂ ਬਣੇ, ਇਹ ਫੇਰ ਸਾਨੂੰ ਵਣਜਾਰੇ ਬਣਾਉਣਾ ਚਾਹੁੰਦੇ ਆ। ਤੁਹਾਡੀ ਫਸਲ ਚੰਗੀ ਨਹੀਂ, ਸੁੱਕੀ ਹੈ, ਗਿੱਲੀ, ਅਸੀਂ ਖਰੀਦਣੀ ਨਹੀਂ, ਆਪਣੀ ਮਰਜ਼ੀ ਨਾਲ। ਵੈਸੇ ਖਰੀਦਦੇ ਤਾਂ ਹੁਣ ਵੀ ਮਰਜ਼ੀ ਨਾਲ ਹੀ ਨੇ, ਇੱਕੋ ਹੀ ਹੈ, ਰੱਬ ਦਾ ਭਗਤ। ਕੋਈ ਪੈਨ ਬਣਾਉਂਦਾ 10 ਪੈਸੇ ਦਾ ਰੇਟ, ਉਹ ਆਪਣਾ ਮੁਕਰਰ ਕਰਦਾ ਵੀ ਇਹਦੀ ਇੰਨੀ ਕੀਮਤ ਹੈ। ਇਹ ਹੈ ਜਿਹਦੀ ਕੀਮਤ ਹੋਰ ਰੱਖਦੇ ਨੇ, ਤਿਆਰ ਇਹ ਕਰਦਾ ਹੈ, ਇੱਕੋ ਹੀ ਹੈ ਦੁਨੀਆ ਦੇ ਵਿੱਚ, ਜਿਹਦੀ ਫਸਲ ਦਾ ਕੀਮਤ ਮੈਕਸੀਮਮ ਜਿੰਨਾ ਕੁ ਤੁਸੀਂ ਦੇ ਸਕਦੇ ਹੋ ਨਹੀਂ ਦੇ ਦਿਓ, ਚਲੋ ਹਾਈ ਰੇਟ ਨਹੀਂ, ਮੈਕਸੀਮਮ। MSP ਦਾ ਮਤਲਬ ਤਾਂ ਇਹੀ ਹੈ ਨਾ, ਮੈਕਸੀਮਮ ਹੀ ਰੇਟ ਦੇ ਦਿਓ, ਚਲੋ ਜਿੰਨਾ ਕੁ ਬਣਦਾ ਹੈ। ਤੇ ਬਾਕੀ ਤਾਂ ਤੁਸੀਂ ਜਿਹੜਾ 30 ਰੁਪਈਆਂ ਦੀ 100 ਰੁਪਏ ਦਾ ਹੋ ਗਿਆ, ਤੇ ਇਹਦੇ ਵਾਲਾ ਕੰਮ ਤਾਂ ਉੱਥੇ ਦਾ ਉੱਥੇ ਖੜਾ ਹੈ। ਫੇਰ ਵੀ ਕਹਿੰਦੇ ਚਲੋ ਉਹਨਾਂ ਹੀ ਦੇ ਦਿਓ, ਤੁਸੀਂ ਆਪਣੀ ਮਰਜ਼ੀ ਨਾਲ ਦੇ ਦਿਓ, ਚਲੋ ਨਿਯੁਕਤ ਤੁਸੀਂ ਕਰ ਦਿਓ, ਫਸਲ ਮੈਂ ਤਿਆਰ ਕਰਦਾ। ਇੱਕੋ ਹੀ ਹੈ ਦੁਨੀਆ ਵਿੱਚ, ਜਿਹੜਾ ਕਹਿੰਦਾ ਰੇਟ ਤੁਸੀਂ ਲਾਓ, ਤਿਆਰ ਮੈਂ ਕਰਦਾ। ਕਿਸੇ ਨੇ ਇੱਥੇ ਚੰਨੋਂ ਜੁੱਤੀ ਤਿਆਰ ਕੀਤੀ ਚੰਮ ਦੀ, ਬਈ ਮੈਂ ਇਦੋਂ ਘੱਟ ਨਹੀਂ ਦੇ ਸਕਦਾ, ਲੈਣੀ ਲੈ, ਤੇਰੀ ਮਰਜ਼ੀ ਹੈ, ਜਾ ਆਪਣੇ ਘਰ। ਆਪ ਰੇਟ ਨਿਸ਼ਚਿਤ ਕਰਦਾ ਹੈ, ਪਰ ਇਹਦੀ ਕੀਮਤ ਕੋਈ ਹੋਰ ਰੱਖਦਾ ਅਹਿਸਾਸ ਨਹੀਂ। ਉਹ ਵੀ ਅੱਜ ਖੋਹਣਾ ਚਾਹੁੰਦੇ ਨੇ, ਤੇਰੇ ਮੂੰਹ ਚੋਂ ਬੁਰਕੀ ਹੈ ਜਿਹੜੀ, ਉਹ ਵੀ ਤੈਨੂੰ ਖੋਹ ਲੈਣਾ ਚਾਹੁੰਦਾ, ਵੀ ਅਸੀਂ ਆਪਣੇ ਹੱਥ 'ਚ ਕਰ ਲਾਂਗੇ। ਨਹੀਂ ਹੋਣੀ ਗੱਲ ਏ, ਪਰਮਾਤਮਾ ਨੂੰ ਮਨਜ਼ੂਰ ਹੀ ਨਹੀਂ ਇਹ ਕਹਾਣੀ ਸਾਸ ਨਹੀਂ। ਸੋ ਆਓ, ਉਹ ਜਿਹੜੇ ਪਿੰਡ ਦੇ ਚੌਧਰੀ ਸੀ ਆਪਣੇ ਖੇਤਾਂ ਨੂੰ ਲੈ ਚਲੇ ਤਪੇ ਨੂੰ, ਤੇ ਜਿਹੜੇ ਮਾਤੜ ਬੰਦੇ ਸੀ ਕਹਿੰਦੇ ਮਹਾਰਾਜ ਇਹਨਾਂ ਦਾ ਤਾਂ ਚੱਲ ਵੀ ਜਾਣਾ ਸੀ 6 ਮਹੀਨੇ ਸਾਲ ਹੋਰ, ਨਾ ਵੀ ਪੈਂਦਾ ਭਾਵੇਂ, ਔਖਾ ਤਾਂ ਸਾਨੂੰ ਹੀ ਹੈ। ਗਰਮੀ ਆ ਵੀ ਤਾਂ ਵੀ ਮਾੜੇ ਨੂੰ ਤੰਗੀ ਹੈ, ਜੇ ਸਰਦੀ ਆ ਗਈ ਤਾਂ ਵੀ ਮਾੜੇ ਨੂੰ ਤੰਗੀ। ਅਮੀਰ ਤਾਂ ਜਾ ਕੇ ਸ਼ਿਮਲੇ ਫਿਰਦੇ ਨੇ ਬਰਫਾਂ ਦੇ ਉੱਤੇ, ਲੋਕੀ ਇੱਥੇ ਠੰਡ ਨਾਲ ਮਰਨ ਰਹੇ ਨੇ, ਉਹ ਬਰਫ਼ ਦੇਖਦੇ ਫਿਰਦੇ। ਤੰਗ ਤਾਂ ਗਰੀਬ ਨੂੰ ਹੀ ਹੋਣਾ ਪੈਂਦਾ ਨਾ ਬਾਈ। ਮਹਾਰਾਜ ਇਹਨਾਂ ਦਾ ਤਾਂ ਚੱਲ ਜਾਣਾ ਸੀ ਕੰਮ, ਸਾਲ 6 ਮਹੀਨੇ ਨਾ ਵੀ ਪੈਂਦਾ ਭਾਵੇਂ, ਅਸੀਂ ਤਾਂ ਫੇਰ ਰਹਿ ਹੀ ਗਏ ਮਾਤੜ ਬੰਦੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹਦੀ ਪੈੜੀ 'ਚ ਇਹਦਾ ਅੰਗ ਵੀ ਤੁਰ ਗਿਆ ਨਾ, ਉੱਥੇ ਵੀ ਮੀਂਹ ਪੈ ਜਾਏ। ਬਸ ਫਿਰ ਚੰਡ ਕੀ ਰੱਖੇ ਹੁੰਦੇ ਨੇ ਆਪਾਂ ਪਹਿਲਾਂ ਹੀ ਖੂੰਜੇ 'ਚ, ਵੀ ਕਿਤੇ ਲੋੜ ਪੈ ਜਾਏ। ਬਸ ਰੱਬ ਦਾ ਨਾਮ ਹੀ ਨਹੀਂ ਜਪੇ ਜਾਂਦਾ। ਇਹਨਾਂ ਕੰਮਾਂ ਨੂੰ ਆਪਾਂ ਬਥੇਰੇ ਤਗਣੇ ਆ, ਲੜਾਈਆਂ ਝਗੜੇ, ਗੰਡਾਸੇ ਕੱਢ ਲਿਆਂਦੇ, ਭੋਰਾ ਪੂਰਾ ਤਪਾ ਵੱਢ ਲਿਆ, ਮੀਂਹ ਪਿਆ, ਖਡੂਰ ਸਾਹਿਬ ਦੇ ਖੇਤ ਭਰ ਗਏ ਸਾਰੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਾਓ ਹੁਣ ਸਾਰੇ ਇਕੱਠੇ ਹੋ ਕੇ ਲੈ ਕੇ ਭੇਟਾ ਬੇਨਤੀਆਂ ਕਰੋ, ਜਾ ਕੇ ਲੈ ਕੇ ਆਓ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ। ਇਕੱਠੇ ਹੋ ਕੇ ਸਾਰੇ ਖਡੂਰ ਸਾਹਿਬ ਦੇ ਜ਼ਿਮੀਂਦਾਰ ਗਏ। ਮਹਾਰਾਜ ਭੁੱਲ ਹੋ ਗਈ, ਸਾਨੂੰ ਤਪੇ ਨੇ ਐਵੇਂ ਬਹਿਕਾ ਦਿੱਤਾ, ਉਹਦੇ ਕਹੇ ਤੇ ਅਸੀਂ ਆਪ ਜੀ ਨੂੰ ਕਹਿ ਦਿੱਤਾ ਨਗਰ 'ਚ, ਖਿਮਾ ਕਰੋ ਮਹਾਰਾਜ, ਚੱਲੋ ਨਗਰ 'ਚ। ਦਿਆਲੂ ਸੱਚੇ ਪਾਤਸ਼ਾਹ ਜਾਣ ਲੱਗੇ, ਇਹਨੇ ਆਖਿਆ ਉਹ ਮੀਂਹ ਰੱਬ ਨਹੀਂ ਪਾਉਂਦਾ ਤੇ ਸਾਨੂੰ ਨਗਰ ਚੋਂ ਕਾਹਤੋਂ ਕੱਢ ਦਿਓ ਬਈ, ਸਾਡਾ ਕੀ ਕਸੂਰ। ਕਿਆ ਚਲੇ ਗਏ, ਜਦੋਂ ਜਾ ਕੇ ਬੇਨਤੀ ਕੀਤੀ ਮਹਾਰਾਜ ਭੁੱਲ ਹੋ ਗਈ, ਤੇ ਨਾਲ ਉਹਨਾਂ ਦੇ ਫਿਰ ਖਡੂਰ ਸਾਹਿਬ ਆ ਗਏ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਨੇ ਜਾ ਕੇ ਨਮਸਕਾਰ ਕਰਨ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ। ਗੁਰੂ ਅੰਗਦ ਦੇਵ ਜੀ ਨੇ ਇੱਕ ਪਾਸੇ ਮੁੱਖ ਕਰ ਲਿਆ ਆਪਣਾ, ਨਾਰਾਜ਼ ਹੋਏ, ਕਿਉਂ ਮਰਵਾਇਆ ਤੁਸੀਂ ਤਪਾ, ਅਸੀਂ ਮੀਂਹ ਨਹੀਂ ਸੀ ਪਵਾ ਸਕਦੇ। ਮਹਾਰਾਜ ਗੱਲ ਮੀਂਹ ਦੀ ਨਹੀਂ ਸੀ, ਸਿੱਖ ਤੋਂ ਆਪਣੇ ਗੁਰੂ ਦੀ ਤੁਹੀਨ ਸੁਣੀ ਨਹੀਂ ਜਾ ਸਕਦੀ, ਦੇਖੀ ਨਹੀਂ ਜਾ ਸਕਦੀ। ਫਿਰ ਮਹਾਰਾਜ ਇਹ ਤੁਹਾਡੇ ਸੇਵਾਦਾਰ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਰਤਾ, ਤੁਸੀਂ ਉੱਜੜ ਜਾਓਗੇ। ਉੱਜੜਨਾ ਤਾਂ ਪੈਣਾ ਹੈ ਮਹਾਰਾਜ, ਇਹਨਾਂ ਦੇ ਬਚਨ ਮਿਟਣੇ ਨਹੀਂ। ਮਹਾਰਾਜ ਕਹਿੰਦੇ ਜਿੱਥੇ ਜਾਓਗੇ
ਕਿਰਪਾ ਹੀ ਰਹੇਗੀ, ਤੁਹਾਡੇ ਜਰੰਗਾਂ 'ਚ ਹੀ ਰਹੋਗੇ। ਇਹ 12 ਪਿੰਡ ਆ ਕੇ ਬੈਠੇ ਹੋਏ ਨੇ ਨਾਭੇ ਦੇ ਨੇੜੇ। ਕੁਝ ਬਜ਼ੁਰਗ ਪਾਕਿਸਤਾਨ ਨੂੰ ਵੀ ਚਲੇ ਗਏ ਸੀ, ਉਹਨਾਂ 'ਚ ਜ਼ਿਆਦਾ ਅਜੇ ਵੀ ਖਨੂਰ ਸਾਹਿਬ ਦੇ ਵਿੱਚ ਖਹਿਰੇ ਗੋਦ ਦੇ ਜੱਟ ਜ਼ਿਮੀਂਦਾਰ ਨੇ। ਬਾਰਿਸ਼ ਨਹੀਂ ਪੈਂਦੀ, ਔੜ ਲੱਗੀ ਹੈ, ਸਾਰਾ ਇਲਾਕਾ ਇਕੱਠਾ ਹੋਇਆ ਵੇ ਕੋਈ ਭਾਈ ਹੈ, ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਾਲ ਪੈ ਸਕਦਾ ਹੈ। ਕਹਿੰਦੇ ਹੋਰ ਤਾਂ ਚਾਰੇ ਕਰ ਹਟਿਆ, ਹੁਣ ਇੱਕੋ ਹੀ ਹੈ ਵੀ ਅਰਦਾਸ ਬੇਨਤੀ ਕਰੀਏ ਪਰਮਾਤਮਾ ਦੇ ਅੱਗੇ। ਇੱਕ ਸਾਂਝੇ ਥਾਂ ਤੇ ਇਲਾਕੇ ਨੇ ਜਗ੍ਹਾ ਮੁਕਰਰ ਕਰ ਲਈ ਵੀ ਉੱਥੇ ਇਕੱਠੇ ਹੋਵਾਂਗੇ, ਜਗ ਦਾਨ ਪੁੰਨ ਕਰਕੇ ਫਿਰ ਸਾਰੇ ਅਰਦਾਸ ਕਰਾਂਗੇ। ਪਰਮਾਤਮਾ ਦਿਆਲੂ ਕਿਰਪਾਲੂ ਹੈ, ਆਪਣੀ ਅਰਦਾਸ ਸੁਣ ਕੇ ਮੀਂਹ ਪਾ ਦੇਗਾ, ਆਪਾਂ ਸੁਖੀ ਹੋ ਜਾਵਾਂਗੇ। ਹੁਣ ਇਕੱਠ ਹੋਇਆ, ਬੇਜਾਂ ਇਕੱਠ ਹੈ ਲੋਕਾਂ ਦਾ, ਜੱਗ ਚੱਲ ਰਿਹਾ। ਇੱਕ ਫਿਰਦਾ ਫਕੀਰ ਆ ਗਿਆ ਉਧਰ ਰਮਤਾ, ਇੱਕ ਬਜ਼ੁਰਗ ਨੂੰ ਪੁੱਛਦਾ, ਬਾਬਾ ਇਹ ਇਕੱਠ ਕਿਵੇਂ ਇੱਥੇ? ਕਹਿੰਦਾ ਫਕੀਰ ਸਾਈਂ ਇਸ ਇਲਾਕੇ ਚੌੜ ਲੱਗੀ ਹੈ, ਮੀਂਹ ਨਹੀਂ ਪੈਂਦਾ, ਫਸਲਾਂ ਬੀਜੀਆਂ ਨਹੀਂ ਗਈਆਂ, ਜਿਹੜੀਆਂ ਬੀਜੀਆਂ ਸੁੱਕ ਗਈਆਂ। ਸਾਰਾ ਇਲਾਕਾ ਇਕੱਠਾ ਹੋਇਆ, ਜੱਗ ਕਰ ਰਹੇ ਨੇ, ਦਾਨ ਅਰਦਾਸ ਕਰੇਗਾ ਸਾਰਾ ਇਕੱਠੇ ਹੋ ਕੇ, ਤੇ ਰੱਬ ਦਿਆਲੂ ਕਿਰਪਾਲੂ ਹੈ, ਮੀਂਹ ਪਾ ਦੇਗਾ। ਫਕੀਰ ਕਹਿੰਦਾ ਗੱਲ ਤਾਂ ਤੁਹਾਡੀ ਭਲੇ ਦੀ ਹੈ, ਇਹੋ ਜਿਹੀ ਪ੍ਰਮਾਤਮਾ ਸੁਣ ਵੀ ਲੈਂਦਾ ਅਰਦਾਸ। ਤੁਸੀਂ ਅਰਦਾਸ ਕਰਨੀ ਹੈ ਤੇ ਪਰਮਾਤਮਾ ਨੇ ਮੀਂਹ ਪਾਉਣ ਲੱਗ ਜਾਣਾ, ਤੁਹਾਡੇ ਕੱਪੜੇ ਖਰਾਬ ਹੋ ਜਾਣੇ। ਤੁਸੀਂ ਕੋਈ ਬਰਸਾਤੀ ਕੋਈ ਛਤਰੀ ਲੈ ਕੇ ਨਹੀਂ ਆਏ ਨਾਲ। ਉਹ ਕਹਿੰਦਾ ਮਹਾਰਾਜ ਕੀ ਪਤਾ ਉਹਨੇ ਪਾਉਣਾ ਹੈ ਕਿ ਨਹੀਂ ਪਾਉਣਾ। ਫਕੀਰ ਕਹਿੰਦਾ ਇੱਥੇ ਲੈਣ ਕੀ ਆਏ ਹੋ? ਫਿਰ ਭਰੋਸਾ ਹੀ ਨਹੀਂ ਜਦੋਂ ਤੁਹਾਨੂੰ ਉਹਦੇ ਤੇ ਫਿਰ ਇਕੱਠੇ ਕਾਹਤੋਂ ਹੋਏ ਵਿੱਚ? ਜੇ ਅਰਦਾਸ ਕਰਨੀ ਹੈ ਭਾਈ, ਪਹਿਲਾਂ ਭਰੋਸਾ ਜ਼ਰੂਰ ਹੋਣਾ ਚਾਹੀਦਾ। ਇੱਥੇ ਸੰਗਰੂਰ ਤੋਰਲੇ ਸਿਧਾਣਾ ਸਾਹਿਬ ਗੁਰਦੁਆਰਾ, ਸਿਧਾਣਾ ਸਾਹਿਬ, ਇਹ ਰਾਜੇ ਦੇ ਘਰ ਅਰਦਾਸ ਕੀਤੀ, ਲੜਕੇ ਦੀ ਲੜਕੀ ਹੋਈ। ਉਹ ਕਹਿੰਦਾ ਮੈਨੂੰ ਭਰੋਸਾ ਹੈ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਈ, ਲੜਕੀ ਨਹੀਂ ਲੜਕਾ। ਇਹ ਦਿਲਬੇ ਤੋਂ ਚੱਲੀ ਸੀ ਬਰਾਤ ਸਾਧ ਸੰਗਤ ਦੀ, ਸੀਟਾਂ ਵਾਲੇ ਜਾਣੀ ਸੀ ਇਹ ਬਰਾਤ, ਦਿਲਬੇ ਤੋਂ ਚੱਲ ਕੇ ਆਏ ਸੀ ਤੇ ਸੀਟਾਂ ਵਾਲੇ ਜਾਣੀ ਸੀ। ਇੱਥੇ ਜਦੋਂ ਆਏ, ਉਹ ਲੜਕੀ ਨੇ ਰਾਜਕੁਮਾਰਾਂ ਵਾਲੇ ਵਸਤਰ ਪਾਏ ਹੋਏ ਨੇ, ਹਿਰਨ ਨਿਕਲਿਆ, ਘੋੜਾ ਲਾਇਆ ਮਗਰ, ਅੱਗੇ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਕਾਂਤ ਉਤਰਿਆ, ਨਮਸਕਾਰ ਕੀਤੀ। ਆਓ ਰਾਜਕੁਮਾਰ ਕਿੱਧਰੋਂ ਆਏ? ਵਰਦੀ ਵਾਲੀ ਵਸਤ, ਕਾਇਆ ਬਦਲ ਗਈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਅਰਦਾਸ ਵੀ ਸ਼ਕਤੀ ਹੈ ਭਰੋਸੇ 'ਚ। ਜਦੋਂ ਮਗਰੋਂ ਆਏ, ਰਾਜੇ ਨੇ ਦੇਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਜ਼ੀਰ ਭੂਮੀਆ ਸੀ, ਜਿਹੜਾ ਚੋਰੀ ਕਰਦਾ ਸੀ ਨਾ ਭੂਮੀਆ, ਤੇ ਜਦੋਂ ਬਚਨ ਮੰਨਿਆ ਰਾਜੇ ਨੇ ਵਜ਼ੀਰ ਬਣਾ ਲਿਆ ਆਪਣਾ। ਉਹਨੇ ਅਰਦਾਸ ਕੀਤੀ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੋ। ਜਦੋਂ ਆਏ ਦੇਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ, ਨਮਸਕਾਰ ਕੀਤਾ ਤੇ ਆਪਣੇ ਪਿਤਾ ਦੇ ਕੰਨ 'ਚ ਕਹਿੰਦੀ, ਰਾਜਕੁਮਾਰੀ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ, ਮੈਂ ਹੁਣ ਰਾਜਕੁਮਾਰੀ ਨਹੀਂ ਰਾਜਕੁਮਾਰ ਬਣ ਗਿਆ। ਹੁਣ ਬੇਵੱਸ ਹੋ ਗਿਆ ਰਾਜੇ ਦਾ ਮਨ, ਉਛਲ ਉਛਲ ਕੇ ਗੱਲ ਵੱਲ ਆਉਂਦਾ ਹੈ, ਨੇਤਰਾਂ 'ਚ ਜਲ ਵਗਦਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਸੱਚਿਆ ਪਾਤਸ਼ਾਹ ਮੈਂ ਤੇਰੇ ਤੇ ਭਰੋਸਾ ਰੱਖ ਕੇ ਲੜਕੀ ਨੂੰ ਲੜਕੇ ਵਾਲੇ ਲਾਡ ਲਡਾਉਂਦਾ ਰਿਹਾ। ਭੂਲੇ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਭਟਕਦੀ ਫਿਰਦੀ ਹੈ ਦੁਨੀਆ, ਕਦੇ ਫੂਕਾਂ ਵਾਲਿਆਂ ਕੋਲ, ਤਵੀਤਾਂ ਵਾਲਿਆਂ ਕੋਲ, ਧਾਗੇ ਵਾਲਿਆਂ ਕੋਲ ਪੁੱਤਰ ਲੱਭਦੀ ਫਿਰਦੀ। ਉਹ ਜਿਹੜਾ ਤੁਹਾਡੇ ਤੋਂ ਮੰਗਦਾ ਕਿੰਨੇ ਲੈ ਕੇ ਆਏ, ਅਗਲੀ ਵਾਰੀ ਕਿੰਨੇ ਲਿਆਉਂਗੇ, ਤੁਹਾਨੂੰ ਕੀ ਦੇਗਾ? ਉਹ ਉਹਦੇ ਤੋਂ ਮੰਗੋ ਜਿਹੜਾ ਕੁਛ ਲੈਂਦਾ ਹੀ ਨਹੀਂ ਕਿਸੇ ਤੋਂ ਕੁਛ, ਦੇ ਹੀ ਰਿਹਾ ਹਰ ਵੇਲੇ। ਖਾਲੀ ਹੱਥ ਆ ਕੇ ਵੀ ਅਰਦਾਸ ਕਰੋ ਤਾਂ ਵੀ ਝੋਲੀਆਂ ਭਰੀ ਜਾਂਦਾ। ਫਿਰ ਬੰਦਿਆਂ ਅੱਗੇ ਜਾ ਕੇ ਹੱਥ ਅੱਡਦੇ ਫਿਰਦੇ, ਬੰਦੇ ਅੱਗੇ ਝੋਲੀਆਂ। ਜਿਹੜਾ ਤੁਹਾਡੇ ਅੱਗੇ ਝੋਲੀ ਅੱਡਦਾ ਤੇ ਤੁਸੀਂ ਉਹਦੇ ਅੱਗੇ ਝੋਲੀਆਂ ਅੱਡਦੇ ਫਿਰਦੇ। ਇੱਕੋ ਹੀ ਆਸਰਾ ਤੇਰਾ ਸਿੱਖਾ, ਅਰਦਾਸ ਗੁਰੂ ਦੇ ਚਰਨਾਂ 'ਚ ਕਰਿਆ ਕਰ।
ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਬੰਦੇ ਕੋਲ ਨਹੀਂ ਹੈ। ਉਹ ਤਾਂ ਕਹਿੰਦਾ ਅਗਲੀ ਵਾਰੀ ਜ਼ਿਆਦਾ ਗੱਫਾ ਲਿਆਈ ਜੇ ਕੰਮ ਕਰਾਉਣਾ ਹੀ ਤਾਂ ਐਤਕੀ ਸਵਾਇਆ ਹੀ ਲਿਆ। ਤੇਰੇ ਤੋਂ ਮੰਗ ਰਿਹਾ, ਤੈਨੂੰ ਇੰਨੀ ਹਿਆ ਨਹੀਂ ਆਉਂਦੀ, ਮੈਨੂੰ ਕੀ ਦੇਗਾ ਭਲਾ ਇਹ ਤਾਂ ਇੰਨੇ ਦਾ ਉਪਾਅ ਕਰ ਰਿਹਾ ਵੀ 5100 ਤੋਂ ਘੱਟ ਤਾਂ ਉਪਾਅ ਹੁੰਦਾ ਹੀ ਕੋਈ ਨਹੀਂ, ਤੇ ਤੂੰ ਉੱਥੇ ਉਪਾਅ ਕਰਾਉਂਦਾ ਫਿਰਦਾ। ਤੇਰਾ ਉਪਾਅ ਨਹੀਂ ਹੋਇਆ, ਉਹਦਾ ਹੋ ਗਿਆ ਹੈ। ਜਿਹਨੂੰ 5100 ਭੇਟਾ ਮਿਲ ਗਈ ਉਹਦਾ ਤਾਂ ਬਣ ਗਿਆ ਕੰਮ, ਤੇ ਤੇਰੇ ਪੱਲੇ ਕੀ ਪਿਆ ਬਈ? ਖੱਜਲ ਖੁਆਰੀ ਹੈ ਨਾ। ਗੁਰੂ ਅੱਗੇ ਅਰਦਾਸ ਕਰਿਆ ਕਰ ਸਿੱਖਾ, ਤੈਨੂੰ ਭਰੋਸੇ ਦੀ ਲੋੜ ਹੈ। ਕਰੀ ਜਾ ਅਰਦਾਸ, ਜ਼ਰੂਰ ਸੁਣ ਲਏਗਾ ਤੇਰੀ। ਉਹ ਸੁਣਦਾ ਆਇਆ, ਸੁਣੇਗਾ। ਇਹ ਅਗਲੇ ਦੋਨਾਂ 'ਚ ਵੀ ਬੇਨਤੀਆਂ ਆਪਾਂ ਇਹੀ ਕਰਾਂਗੇ ਅਰਦਾਸ ਤੇ ਹੀ। 3 ਦੀਵਾਨ ਸੰਗਤ ਦੇ ਰਹਿ ਗਏ। ਇਸੇ ਤਰ੍ਹਾਂ ਸੰਗਤਾਂ ਨੇ ਪਹਿਲਾਂ ਤਾਂ ਮਾੜਾ ਜਿਹਾ ਲੱਗਦਾ ਵੀ ਹੱਲਾ ਗੁੱਲਾ ਜਿਹਾ, ਤੇ ਜਿਉਂ-ਜਿਉਂ ਫਿਰ ਮੀਂਹ ਪੈਂਦਾ ਫਿਰ ਮਿੱਟੀ ਘੱਟਾ ਆਪ ਹੀ ਬਹਿ ਜਾਂਦਾ ਸਾਹ ਸਹੀ, ਫੇਰ ਨਹੀਂ ਉੱਡਦਾ ਹੁੰਦਾ। ਹੁਣ ਐਂ ਲੱਗਦਾ ਹੀ ਨਹੀਂ ਇੱਥੇ ਸੰਗਤ ਬੈਠੀ ਵੀ ਹੈ ਕਿ ਨਹੀਂ। ਭਲਾ ਇਹ ਹੀਲ ਹੁਜਤ ਮਨ ਦੀ ਉਹਨਾਂ ਚਿਰ ਹੀ ਜਿੰਨਾ ਚਿਰ ਜੁੜਦਾ ਨਹੀਂ। ਜਦੋਂ ਜੁੜ ਜਾਏ ਫਿਰ ਤਾਂ ਦੂਜੇ ਨੂੰ ਕਹਿੰਦਾ ਖੰਗ ਨਾ ਭਰਾਵਾ, ਬੇਰਸੀ ਹੁੰਦੀ ਹੈ, ਪਰਾਂ ਜਾ, ਉੱਧਰ ਜਾਇਆ ਪਰਾਂ, ਆਨੂੰ ਐਵੇਂ ਕਾਹਨੂੰ ਰੰਗ 'ਚ ਭੰਗ ਪਾਉਣਾ ਮੇਰੇ। ਇਸ ਕਰਕੇ ਸਾਧ ਸੰਗਤ ਜੀ, ਮਨ ਤਾਂ ਟਿਕਣਾ ਚਾਹੁੰਦਾ। ਸੁਖੀ ਕੌਣ ਨਹੀਂ ਹੋਣਾ ਚਾਹੁੰਦਾ ਭਲਾ? ਸੁਖੀ ਤਾਂ ਹੋਣਾ ਚਾਹੁੰਦਾ, ਪਰ ਅਸੀਂ ਉਹਨੂੰ ਸੁਖੀ ਹੋਣ ਨਹੀਂ ਨਾ ਦਿੰਦੇ। ਝੁੰਡ 'ਚ ਜਾ ਕੇ ਬਹਿੰਦੇ ਹਾਂ ਜਿੱਥੇ ਸਾਰੇ ਪਿੰਡ ਦੀ ਨਿੰਦਿਆ ਹੁੰਦੀ ਹੈ। ਕਿਤੇ ਕਾਂ 'ਚ ਬਹਿ ਕੇ ਮੋਟਰ ਦੇ 2 ਘੜੀਆਂ ਵਾਹਿਗੁਰੂ ਵਾਹਿਗੁਰੂ, ਸੁਖੀ ਹੋ ਜਾਏਗਾ। ਪਰ ਇਹਨੂੰ ਹੋਣ ਹੀ ਨਹੀਂ ਦਿੰਦੇ ਆਪਾਂ ਸਾਧ ਸੰਗਤ ਜੀ ਸੁਖੀ। ਬਾਕੀ ਵਿਚਾਰਾ ਫਿਰ ਆਪਾਂ ਅਗਲੇ ਦੀਵਾਨਾਂ 'ਚ ਕਰਾਂ। ਅਸੀਂ 10-15 ਮਿੰਟ ਜਾਣ ਕੇ ਲੇਟ ਆਉਂਦੇ ਹਾਂ। ਇਹ ਨਹੀਂ ਵੀ ਸਾਨੂੰ ਪਤਾ ਨਹੀਂ ਸਾਡਾ ਟਾਈਮ 2:30 ਵਜੇ, ਵੀ ਸੰਗਤ ਸਾਰੀ ਨਮਸਕਾਰ ਕਰਕੇ ਬੈਠ ਜਾਏਗੀ ਤੇ ਫਿਰ ਵਿਚਾਰ ਸ਼ੁਰੂ। ਫਿਰ ਅਸੀਂ ਉਹਨਾਂ ਕੁ ਮਿੰਟ ਉੱਤੇ ਲਾ ਦਿੰਦੇ ਹਾਂ, 15 ਕੁ ਮਿੰਟ, ਜਿੰਨੇ ਕੁ ਲੇਟ ਆਉਂਦੇ। ਕਿਉਂਕਿ ਮਾਨਤਾ ਹੈ ਨਾ ਸੰਗਤ ਦੀ, ਟਾਈਮ ਸੰਗਤ ਹੈ। ਭਾਵੇਂ ਅਸੀਂ ਕੱਲ ਨਹੀਂ ਲਾਇਆ ਦੀਵਾਨ ਪੂਰਨਮਾਸ਼ੀ, ਸਰੀਰ ਦਾ ਚਲੋ 5 ਤੱਤਾਂ ਦਾ ਸਰੀਰ ਇਹ ਘਾਟਾ ਵਾਧਾ ਹੁੰਦਾ ਹੀ ਰਹਿੰਦਾ ਇਹਦੇ ਵਿੱਚ। ਫਿਰ ਸੰਗਤ ਦਾ ਪ੍ਰੇਮ ਅੱਗੇ ਨੇਮ ਨਹੀਂ ਹੁੰਦਾ। ਸੋ ਉੱਥੇ ਵੀ ਜਿੱਥੇ ਬੈਠਦੇ ਉੱਥੇ ਸੰਗਤ ਬੁਲਾਉਂਦੀ ਹੈ ਕੁਛ ਨਾ ਕੁਛ। ਇੱਥੇ ਗੁਰੂ ਦੀਆਂ ਕਰ ਲਈਆਂ, ਆਪਣਾ ਵੀ ਸਮਾਂ ਸਫਲ ਹੈ ਤੇ ਸੰਗਤ ਦਾ ਵੀ ਸਫਲ ਹੈ ਸਾਧ ਸੰਗਤ। ਬਾਕੀ ਬੇਨਤੀਆਂ ਆਪਾਂ ਅਗਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਅਸਤੋਤਰ ਵਿੱਚ ਬੋਲੋ ਅਰਦਾਸ। ਹੁਕਮਨਾਮਾ ਸਾਹਿਬ ਸਰਵਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਤਿਕਾਰ ਨਾਲ ਵਿਦਾਇਗੀ ਦੇ ਕੇ, ਕਿਸੇ ਮਾਈ ਭਾਈ ਨੇ ਉਹਨਾਂ ਚਿਰ ਨਹੀਂ ਜਾਣਾ ਉੱਠ ਕੇ ਜਿੰਨਾ ਚਿਰ ਸੱਚੇ ਪਾਤਸ਼ਾਹ ਪੰਡਾਲ 'ਚੋਂ ਵਿਦਾ ਨਹੀਂ ਹੁੰਦੇ। ਫਿਰ ਸੰਗਤ ਨੇ ਪੰਗਤਾਂ 'ਚ ਬਹਿ ਕੇ ਲੰਗਰ ਛਕ ਕੇ ਖੁਸ਼ੀਆਂ ਲੈ ਕੇ ਸੱਚੇ ਪਾਤਸ਼ਾਹ ਦੀਆਂ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ।
ਧਨ ਹੈ, ਧਨ ਹੈ, ਧਨ ਹੈ, ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ, ਧਨ ਹੈ, ਧਨ ਹੈ ਜੀ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਤੂੰ ਠਾਕੁਰ ਤੁਮ आगे अरदास हमारी जियो पिंड सब कहो नानक सब तेरी वड्याई कोई नाओ न जाने। वाहिगुरु वाहिगुरु साहिब जी अरदास एक ओंकार। श्री वाहिगुरु जी की फतेह। श्री भगवती जी सहाय। वार श्री भगवती जी पातशाही दसवीं प्रथम भगवती सिमर कै गुरु नानक लई ते आए। फिर अंगद गुर ते अमरदास रामदासें होई सहाय। अर्जन हर गोविंदन सिमरो श्री हर राय। श्री हर कृष्ण ते आईए जिस डिठे सब दुख जाए। तेग बहादुर सिमरे नाउन दया वै धारे। सब थाई होए सहाय। दसम पातशाह श्री गुरु गोबिंद सिंह जी साहिब सब थाई होए सहाय। दसां पातशाहियां दी आत्मिक जोत धन धन श्री गुरु ग्रंथ साहिब जी दे पाठ दर्शन दीदार दा ध्यान धर के बोलना जी। सतगुरां दे पंज प्यारे चार साहिबजादे 40 मुक्तियां पंजा तख्तां ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਪਵਿੱਤਰ ਕਮਾਈ ਦੇ ਧਿਆਨ ਧਾਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਤਿਨਾਂ ਸਰਬੱਤ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦੇ ਧਿਆਨ ਧਾਰ ਕੇ ਬੋਲਣਾ ਜੀ।
ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਵਾਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆਪ। ਹੈ ਨਿਮਾਣਿਆਂ ਦੇ ਮਾਣ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਨਗਰ ਮੁਨਸ਼ੀਵਾਲ ਦੀਆਂ ਸਮੂਹ ਸੰਗਤਾਂ ਨੇ ਮਿਲ ਕਰਕੇ ਜੋ ਦਿੱਲੀ ਵਿਖੇ ਕਿਸਾਨ ਮੋਰਚਾ ਚੱਲ ਰਿਹਾ ਹੈ ਉਸ ਦੀ ਫਤਿਹ ਵਾਸਤੇ, ਅਤੇ ਜੋ ਸਿੰਘ ਸ਼ਹੀਦ ਹੋ ਚੁੱਕੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਮਿਲ ਕਰਕੇ 3 ਰੋਜ਼ਾ ਗੁਰਮਤਿ ਸਮਾਗਮ ਰੱਖਿਆ ਗਿਆ। ਆਪ ਜੀ ਦੀ ਮਿਹਰ ਕਿਰਪਾ ਦੇ ਨਾਲ ਅੱਜ ਪਹਿਲੇ ਸਮਾਗਮ ਦੇ ਦੀਵਾਨ ਸਜਾਏ ਗਏ। ਸ਼ਬਦ ਕੀਰਤਨ, ਗੁਰਬਾਣੀ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ। ਅੱਗੋਂ ਵਾਸਤੇ ਸੁਮਤ ਬਖਸ਼ਿਓ ਮਹਾਰਾਜ। ਸ਼ੁੱਧ ਬਾਣੀ ਪੜ੍ਹਨ ਦੇ, ਸ਼ਬਦ ਕੀਰਤਨ ਦੁਆਰਾ ਗੁਰਬਾਣੀ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਨ ਦੇ ਵੱਲ ਉਦਮ ਬਖਸ਼ਣਾ ਜੀ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ, ਹੋਏ ਸ਼ਬਦ ਕੀਰਤਨ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਉੱਤੇ ਵਸਾਉਣਾ। ਕਾਮ, ਕ੍ਰੋਧ, ਮੋਹ, ਈਰਖਾ, ਕੁਸੰਗਤ ਤੋਂ ਬਚਾ ਕੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ ਜੀ। ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ। ਦਿੱਲੀ ਕਿਸਾਨ ਮੋਰਚੇ 'ਚ ਕਿਸਾਨਾਂ ਨੂੰ ਫਤਿਹ ਬਖਸ਼ੋ। ਆਪ ਜੀ ਵਿੱਚ ਖੜ ਕੇ ਸੱਚ ਅਤੇ ਹੱਕ ਦੀ ਰਾਖੀ ਕਰੋ। ਜਿਹੜੇ ਸ਼ਹੀਦ ਸਿੰਘ ਹੋ ਚੁੱਕੇ ਹਨ ਉਹਨਾਂ ਨੂੰ ਆਪਣੀਆਂ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ਣਾ। ਜਿੰਨੀਆਂ ਸੰਗਤਾਂ ਪਹੁੰਚੀਆਂ ਹਨ ਸਭ ਦੇ ਸਰੀਰਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ। ਦਰ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾ ਦਰ 'ਤੇ ਪ੍ਰਵਾਨ ਕਰਨੀਆਂ ਜੀ। ਕਿਰਪਾ ਕਰੋ ਮਹਾਰਾਜ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਜੋ ਜੀ ਆਪ ਜੀ ਦੇ ਦਰ ਆਵੇ ਸਦਾ ਰਾਜੀ ਜਾਵੇ। ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। शांति शरण जो जन परੈ सो जन उधरन हार। संत की निंदा नानका बहर बहर अवतार। वाहिगुरु साहिब जी ਧਨਾਸਰੀ ਮਹਿਲਾ ਚੌਥਾ। ਮੇਰੇ ਸਾਹਾ
मैं हर दर्शन सुख होए। हमारे वेदन तू जानता सहा, और क्या जाने कोई। मेरे साहा मैं हर दर्शन सुख होए। हमारे वेदन तू जानता सहा, और क्या जाने कोई। रहाओ साचा साहेब सच तू मेरे सहा, तेरा किया सच सब होए। झूठा किसको आखिए सहा, दूजा नहीं कोई। सबना विच तू वरतदा सहा, सब तुझे ध्यावे है दिन रात। सब तुझ ही थावो मंग दे मेरे साहा। तू सबना करहे एक दात, सबको तुझ ही विच है मेरे साहा। तुझ ते बाहर कोई ना है, सब जी तेरे तू सब सदा मेरे साहा। सब तुझ ही मह समा है, सबना की तू आस है मेरे प्यारे। सब तुझ है त्यावे है मेरे साहा। जो पावे त्यो रख तू मेरे प्यारे। सच नानक के पातशाह, सबना की तू आस है मेरे प्यारे। सब तुझ है त्याव है मेरे साहा। ज्यों भावै त्यों रख तू मेरे प्यारे। सच नानक के पातशाह। वाहिगुरु जी का खालसा, वाहिगुरु जी की फतेह।